ਡੈਫੀਨਿਟਲੀ ਫਾਈਨ। ਰਾਹੁਲ ਤੁਹਾਡੇ ਜੇ ਮੈਂ ਸਵਾਲ ਦਾ ਜਵਾਬ ਦੇਵਾਂ ਨਾ ਕਿ ਸਰ ਮੈਨੂੰ ਟਾਈਮ ਮੈਨੇਜ ਨਹੀਂ ਹੁੰਦਾ, ਤਾਂ ਸਭ ਤੋਂ ਵਧੀਆ ਚੀਜ਼ ਮੈਂ ਤੁਹਾਨੂੰ ਜੇ ਸਿਖਾਵਾਂ ਇੰਗਲਿਸ਼ ਦੀ ਆਇਲਸ ਦੀ, ਤਾਂ ਉਹਦੇ ਲਈ ਤੁਹਾਨੂੰ ਹੈਬਿਟ ਬਣਾਉਣੀ ਪਊਗੀ ਆਪਣੀ ਪੜ੍ਹਨ ਦੀ, ਰੀਡਿੰਗ ਦੀ ਹੈਬਿਟ। ਕਿਉਂਕਿ ਕੱਲਾ ਨਾ 40 ਕੁਐਸਚਨ ਕਰਨਾ ਡਜ਼ਨਟ ਮੀਨ 40 ਕੁਐਸਚਨ ਨੂੰ ਕਰਨਾ ਡਜ਼ਨਟ ਮੀਨ ਕਿ ਤੁਸੀਂ ਇਹ ਸੋਚੋ ਕਿ ਇਹਦੇ ਨਾਲ ਰੀਡਿੰਗ ਇੰਪਰੂਵ ਹੋਊਗੀ। ਰੀਡਿੰਗ ਪਤਾ ਕਿਵੇਂ ਇੰਪਰੂਵ ਹੋਊਗੀ? ਤੁਸੀਂ ਕੋਈ ਸ਼ਾਰਟ ਸਟੋਰੀਜ਼ ਲੈ ਲਓ, ਜਿਵੇਂ ਆਪਾਂ +2 ਚ ਆਪਾਂ ਪੜ੍ਹਦੇ ਸੀਗੇ, ਕੋਈ ਛੋਟੇ ਛੋਟੇ ਨੋਵਲ, ਛੋਟੀਆਂ ਛੋਟੀਆਂ ਕਹਾਣੀਆਂ, ਉਹ ਚੋਂ ਬਹੁਤ ਸਾਰੀ ਵੋਕੈਬਲਰੀ ਵੀ ਨਿਕਲਦੀ ਹੈ। ਨੰਬਰ 1 ਤੇ ਨਾ ਕੋਈ ਵੀ ਰੀਡਿੰਗ ਕਰਨੀ ਹੈ ਤਾਂ ਫਿੰਗਰ ਦੇ ਨਾਲ ਚਲਾ ਕੇ, ਫਿੰਗਰ ਚਲਾਉਂਦੇ ਰਹੋ। ਤਾਂ ਕੋਈ ਵੀ ਪੜ੍ਹਦੇ ਹੋ, ਜਦੋਂ ਰੀਡਿੰਗ ਤੁਸੀਂ ਘਰੇ ਬਹਿ ਕੇ ਵੀ ਕਰਦੇ ਹੋ, ਤਾਂ ਫਿੰਗਰ ਨਾਲ ਪੜ੍ਹੋਗੇ ਤਾਂ ਤੁਹਾਡੀ ਸਪੀਡ ਹੈ ਜਿਹੜੀ ਉਹ ਡਬਲ ਹੋ ਜਾਏਗੀ। ਠੀਕ ਹੈ, ਇਹ ਸਭ ਤੋਂ ਵਧੀਆ। ਤੇ ਦੂਜੀ ਗੱਲ ਇਹ ਵੀ ਪਤਾ ਹੈ ਨਾ ਸਾਰਿਆਂ ਨੂੰ ਕਿ ਹਿਊਮਨ ਦਾ ਜਿਹੜਾ ਮਾਈਂਡ ਹੈ ਉਹ 55 ਮਿੰਟ ਹੀ ਕੰਮ ਕਰਦਾ ਹੈ, ਕੰਸਨਟ੍ਰੇਟ ਕਰਦਾ ਕਿਸੇ ਵੀ ਜਗ੍ਹਾ ਦੇ ਉੱਤੇ। ਉਸ ਤੋਂ ਬਾਅਦ ਉਹ ਆਪਣਾ ਹਿੱਲ ਜਾਂਦਾ ਹੈਗਾ। ਤਾਂ ਇਸ ਕਰਕੇ ਵੀ ਜਿਹੜਾ 55 ਮਿੰਟ ਹੈ ਉਹ ਆਪਦਾ ਬੈਸਟ ਦੇਣਾ ਹੈਗਾ ਆਪਾਂ ਨੇ। ਅੱਜ ਮੈਂ ਤੁਹਾਨੂੰ ਦੋ ਚੀਜ਼ਾਂ ਪੜਾਉਣਾ। ਚਲੋ ਐ ਕਰਦੇ ਹਾਂ, ਪਹਿਲਾਂ ਆਪਾਂ ਇੱਕ ਵਾਰ ਰਾਈਟਿੰਗ ਨੂੰ ਫਿਨਿਸ਼ ਕਰਦੇ ਹਾਂ ਬਹੁਤ ਅੱਛੇ ਤਰੀਕੇ ਨਾਲ। ਨੰਬਰ 2 ਤੇ ਆਪਾਂ ਫਿਨਿਸ਼ ਕਰਾਂਗੇ ਰੀਡਿੰਗ ਨੂੰ ਬਹੁਤ ਅੱਛੇ ਤਰੀਕੇ ਨਾਲ। ਤੇ ਅੱਜ ਮੈਂ ਤੁਹਾਨੂੰ ਇਹ ਵੀ ਸਿਖਾ ਦੂੰਗਾ ਕਿ ਮੇਰਾ ਬੱਚਾ ਆਪਣੀ ਰੀਡਿੰਗ ਜਾਂ ਰਾਈਟਿੰਗ ਦੇ ਵਿੱਚ ਟਾਈਮ ਕਿਵੇਂ ਮੈਨੇਜ ਕਰੇ। ਮੈਂ ਆਪਦੇ ਟ੍ਰਿਕ ਦੇ ਹਿਸਾਬ ਨਾਲ ਪੜ੍ਹਾ ਦੂੰਗਾ। ਠੀਕ ਹੈ, ਉਸ ਤੋਂ ਤੁਸੀਂ ਉਹਨੂੰ ਅਪਲਾਈ ਕਰਿਓ ਤਾਂ ਮੈਂ ਚਾਹੁੰਦਾ ਕਿ ਐਕਸਪੀਰੀਅੰਸ ਸਾਰਿਆਂ ਦਾ ਬਹੁਤ ਅੱਛਾ ਹੋਵੇ। ਸੋ ਆਪਾਂ ਹੁਣ ਟਾਈਮ ਨੂੰ ਖਰਾਬ ਨਹੀਂ ਕਰਦੇ। ਮੈਂ ਰਾਈਟਿੰਗ ਦਾ ਟੌਪਿਕ ਦਿੱਤਾ ਸੀਗਾ ਤੁਹਾਨੂੰ। ਕਈ ਸਕੂਲ ਕਹਿੰਦੇ ਨੇ ਡਰੈਸ ਹੈ ਜਿਹੜੀ ਉਹ ਸਟ੍ਰਿਕਟ ਹੈਗਾ, ਲਾਉਣੀ ਹੈ, ਤੇ ਕਈ ਕਹਿੰਦੇ ਨੇ ਵੀ ਯਾਰ ਤੁਸੀਂ ਫ੍ਰੀ ਹੋ। ਆਪਣਾ ਉਹ ਟੌਪਿਕ ਹੈਗਾ, ਮੈਂ ਆਪਦੇ ਤਰੀਕੇ ਨਾਲ ਪੜਾਉਣਾ, ਕੱਲੀ ਕੱਲੀ ਚੀਜ਼ ਕਲੀਅਰ ਕਰਵਾਉਂਗਾ ਤੁਹਾਨੂੰ। ਇਹ ਪੜਾਉਂਗਾ, ਦੇਖੋ ਮੈਨੇ ਆਹ ਕਿ ਐਡਵਰਬ ਕਿੱਥੇ ਲਾ ਰਹੇ ਆ, ਐਡਜੈਕਟਿਵ ਕਿੱਥੇ ਲਾ ਰਹੇ ਆ। ਤੇ ਜਿੰਨਾ ਡੀਪ ਜਾਊਂਗਾ ਤਾਂ ਤੁਹਾਨੂੰ ਵੀ ਪਤਾ ਲੱਗੂ ਵੀ ਸਾਡਾ ਟ੍ਰੇਨਰ ਸਾਨੂੰ ਪੜ੍ਹਾ ਰਿਹਾ, ਤੇ ਮੈਨੂੰ ਵੀ ਪਤਾ ਲੱਗੂ ਮੇਰਾ ਬੱਚਾ ਮੇਰੇ ਕੋਲ ਪੜ੍ਹ ਰਹੇਗਾ। ਸੋ ਆਪਾਂ ਕਰੀਏ ਸਟਾਰਟ। ਸ਼ੋ ਯਰ ਥੰਬਸ ਅਪ, ਸ਼ੋ ਯਰ ਥੰਬਸ ਅਪ। ਡੈਫੀਨਿਟਲੀ ਚਲੋ ਦਿਨਾ ਮੈਂ ਆਪਣਾ ਬੈਸਟ। ਫਿਰ ਦੇਖਿਓ ਵੀ ਟੀਚਿੰਗ ਕੀ ਹੁੰਦੀ ਹੈਗੀ। ਨਹੀਂ, ਥੈਂਕ ਯੂ ਸੋ ਮਚ। ਲੋ ਜੀ ਆ अपना एसएससी एडवांटेज वाला है ना। ਤੁਹਾਨੂੰ ਮੈਂ ਫੋਟੋਸ਼ਾਪ ਚ ਕਰਕੇ ਦੇਵਾਂਗਾ, ਕਿਉਂਕਿ ਮੈਂ ਕੱਲਾ ਕੱਲਾ ਕਲਰ ਕਰਕੇ ਦੇਵਾਂਗਾ ਤੁਹਾਨੂੰ ਉਹਦੇ ਨਾਲ ਪਤਾ ਲੱਗੂ ਵੀ ਹਾਂ ਇਹ ਚ ਨਹੀਂ ਕਰਦਾ, ਉਹ ਚ ਕਰੂੰਗਾ। ਠੀਕ ਹੈ, ਡਨ। ਬਸ 1 ਸੈਕਿੰਡ। ਲਓ ਜੀ ਆ ਜਾਓ। ਤੁਹਾਨੂੰ ਇਹ ਸਮਝਾਉਣਾ ਕਿ ਐਸੇ ਸ਼ੁਰੂ ਕਿਵੇਂ ਕਰਨਾ ਹੈ, ਬੈਂਡ ਕਿਵੇਂ ਲੈ ਕੇ ਆਉਣੇ ਆ, ਕੱਲੀ ਕੱਲੀ ਚੀਜ਼ ਕਲੀਅਰ ਕਰ ਦੂੰਗਾ। ਹਾਂ ਇਹ ਨਹੀਂ ਸੀ, ਇਹਦਾ ਸਮਝ ਸੀ। ਯੈਸ, 5 ਬੱਚੇ ਵੇਟਿੰਗ ਰੂਮ ਚ ਕਿਹੜੇ ਨੇਗੇ? ਚਲੋ ਆ ਜਾਓ। ਮੈਂ 1 ਸੈਕਿੰਡ ਤੁਹਾਡੇ ਲਈ ਡਨ। ਲਓ ਜੀ ਆ ਜਾਓ। ਹੁਣ ਐਸੇ ਪੜਾਉਣਾ ਮੈਂ। ਕੱਲ ਪੁੱਤ ਆਪਾਂ ਨੇ ਜਿਹੜੀ ਸਟੇਟਮੈਂਟ ਦੇਖੀ ਸੀਗੀ, ਐਸੇ ਦੀ ਸਟੇਟਮੈਂਟ ਸਾਰੇ ਬੱਚਿਆਂ ਨੂੰ ਪਤਾ ਸੀਗੀ ਕਿ ਆਪਣੇ ਕੋਲੇ ਕੀ ਸੀਗਾ ਕਿ ਕਈ ਐਵੇਂ ਦੇ ਨੇ ਜਿੱਥੇ ਜਿਹੜੀ ਤੁਹਾਨੂੰ ਆਪਾਂ ਕਹਿ ਸਕਦੇ ਹਾਂ ਕਿ ਡਰੈਸ ਹੈਗੀ ਉਹ ਸਟ੍ਰਿਕਟ ਹੈ, ਤੇ ਕਈ ਜਗ੍ਹਾ ਤੇ ਆਪਾਂ ਕਹਿੰਦੇ ਵੀ ਥੋੜਾ ਈਜ਼ੀ ਲੈ ਜਾਂਦੇ ਹੁੰਦੇ ਆ। ਤੇ ਮੈਨੂੰ ਥੋੜਾ ਹੋਰ ਡੀਪਲੀ ਤੁਹਾਨੂੰ ਪੜਾਉਣਾ। ਜਦੋਂ ਕਦੇ ਵੀ ਤੁਹਾਨੂੰ ਸਟੇਟਮੈਂਟ ਪੇਪਰ ਦੇ ਵਿੱਚ ਆਉਂਦੀ ਹੈ ਤਾਂ ਸਟੇਟਮੈਂਟ ਨੂੰ ਤੁਸੀਂ ਤੋੜ ਲਿਆ ਕਰੋ। ਤੋੜਨ ਦਾ ਮਤਲਬ ਪਤਾ ਕੀ ਹੈ? ਦੇਖੋ, some schools are very strict about their school uniform and the appearance of their people। ਆਉਰ ਤੱਕ ਮਤਲਬ ਕੀ ਹੋ ਗਿਆ? ਹਾਫ ਹੈ, ਅੱਧੀ ਸਟੇਟਮੈਂਟ ਦਾ ਹੋ ਗਈ ਇੱਥੇ ਤੱਕ। ਤੇ ਦੂਜੇ ਕੀ ਕਹਿੰਦੇ ਨੇਗੇ ਜਿਹੜੇ ਅਦਰ ਸਕੂਲਸ ਨੇ, ਵਾਈਲ ਜਿਹੜਾ ਆਈ ਵਰਡ ਹੈ ਨਾ, ਬੜਾ ਖਤਰਨਾਕ ਵਰਡ ਹੈ। ਜਦੋਂ ਇੰਗਲਿਸ਼ ਦੇ ਵਿੱਚ ਵਾਈਲ, ਹਾਊਐਵਰ ਜਾਂ ਵਾਈਲਸਟ, ਆ 3 ਵਰਡ ਮੈਂ ਤੁਹਾਨੂੰ ਇੱਥੇ ਲਿਖ ਵੀ ਦਿੰਦਾ। ਦੇਖੋ, ਜੇ ਤਾਂ ਆ ਗਿਆ ਵਾਈਲ ਕੋਮਾ ਹਾਊ ਐਵਰ ਤੇ ਕੋਮਾ WHIL
ST whilst ये तीन वर्ड इंग्लिश के एवें दे ने बच्चे कि एक स्टेटमेंट नूं कॉन्ट्राडिक्ट करदे दूजी साइड ते लेके जांदे आ। हुण जिवें उपर आपां नूं दित्ता होया है कि कई तां कहंदे हैगे स्कूल च यूनीफॉर्म है जिहड़ी वो बड़ी इंपॉर्टेंट हैगी। मतलब की हो गया आपां नूं उरों तो होके अपनी जिहड़ी स्टेटमेंट है पुੱਤ ਉਹ ਇੱਥੇ तक ਤਾਂ ਕਹਿੰਦੇ ਵੀ ਉਹ ਜ਼ਰੂਰੀ ਹੈਗੀ ਤੇ ਇੱਥੇ ਉਹਨੂੰ ਆਪਾਂ ਨੂੰ ਵਾਈਲ ਵਰਡ ਦੇ ਕੇ ਦੂਜੇ ਕਹਿੰਦੇ ਆ ਅਦਰ ਸਕੂਲਸ ਹੈਵ ਅ ਵੈਰੀ ਰਿਲੈਕਸਡ ਡਰੈਸ ਕੋਡ। ਦੂਜਿਆਂ ਦਾ ਜਿਹੜਾ ਡਰੈਸ ਕੋਡ ਹੈਗਾ ਉਹ ਬੜਾ ਰਿਲੈਕਸ ਹੈ। what are the advantages and ਆ ਵਰਡ ਬੜਾ ਇੰਪੋਰਟੈਂਟ ਹੈ and ਜੇ ਹੁੰਦਾ ਉਰੇ ਔਰ ਤਾਂ ਇੱਕ ਗੱਲ ਯਾਦ ਰੱਖੇ ਐਡਵਾਂਟੇजेस ਔਰ ਡਿਸਐਡਵਾਂਟੇजेस ਤਾਂ ਜਾਂ ਤਾਂ ਦੋਨੇ ਬੀਪੀ ਦੇ ਵਿੱਚ ਤੁਸੀਂ ਐਡਵਾਂਟੇਜ ਪਾ ਕੇ ਆਂਦੇ ਜਾਂ ਦੋਨੇ ਬੀਪੀ ਚ ਤੁਸੀਂ ਡਿਸਐਡਵਾਂਟੇਜ ਪਾ ਕੇ ਆਂਦੇ। ਹੁਣ ਆਪਾਂ ਨੂੰ ਐਸਐਚ ਕੀ ਦਿੱਤਾ ਹੈ ਐਡਵਾਂਟੇਜ ਐਂਡ ਡਿਸਐਡਵਾਂਟੇजेस। ਇੱਕ ਬਾਡੀ ਦੇ ਵਿੱਚ ਐਡਵਾਂਟੇਜ ਤੇ ਦੂਜੇ ਬਾਡੀ ਦੇ ਵਿੱਚ ਡਿਸਐਡਵਾਂਟੇਜ ਤੇ ਮੈਂ ਤੁਹਾਨੂੰ ਸ਼ੋ ਕਰਦਾ ਕਿ ਆਪਾਂ ਕਿਸ ਤਰੀਕੇ ਨਾਲ ਇਹਨੂੰ ਲਿਖਿਆ। ਲਿਖਣ ਦਾ ਸਭ ਤੋਂ ਵਧੀਆ ਰੂਲ ਕੀ ਹੈਗਾ ਕਿ ਆਪਾਂ ਹਮੇਸ਼ਾ ਯੂਜ਼ ਕਰਦੇ ਹੁੰਨੇ ਆਗੇ ਬੱਚੇ that is called ਇੰਟਰੋਡਕਸ਼ਨ। ਤੇ ਇੰਟਰੋਡਕਸ਼ਨ ਆਪਣੀ ਕਾਹਦੇ ਨਾਲ ਲਿਖਦੇ ਆ ਦੋ ਚੀਜ਼ਾਂ ਰੀਫਰੇਜ਼ ਤੇ ਥੀਸਿਸ। ਇੱਕ ਗੱਲ ਯਾਦ ਰੱਖਿਓ ਜਿਹੜੇ ਬੱਚੇ ਨੂੰ ਰੀਫਰੇਜ਼ ਬਹੁਤ ਅੱਛੀ ਲਿਖਣੀ ਆ ਗਈ ਨਾ ਉਹ ਪੇਪਰ 'ਚ ਕਦੇ ਮਾਰ ਨਹੀਂ ਖਾਂਦਾ। ਰੀਫਰੇਜ਼ ਦਾ ਮਤਲਬ ਕੀ ਆ ਦੇਖੋ ਮੈਂ ਤੁਹਾਨੂੰ ਇੱਥੇ ਬਣਾ ਕੇ ਦਿਖਾਣਾ। ਦੋ ਚੀਜ਼ਾਂ ਆਪਾਂ ਨੇ ਐਡ ਕਰੀਆਂ ਰੀਫਰੇਜ਼ ਦੇ ਲਈ। ਆ ਲੋ ਮੈਂ ਯੂਜ਼ ਕੀਤਾ dear school students चलो nowadays most of the schools of the world जे ना मैं of the world लिखा किसी ने नहीं लिखा तो कोई गलत नहीं मैं पहला स्टेटमेंट की लिखा अजकल most of the schools और जिथे some schools लिखे ना मैं एदी रिस्क की लिखता most of the schools of the world have made uniforms mandatory। mandatory ਹੁੰਦਾ किसी काम नूं करना जरूरी। ਅੱਜ ਕੱਲ ਦੁਨੀਆ ਦੇ ਬਹੁਤ ਸਕੂਲਾਂ ਨੇ ਯੂਨੀਫਾਰਮ ਨੂੰ ਮੈਂਡੇਟਰੀ ਕਰਤਾ ਤੇ ਮੈਂ ਤੁਹਾਨੂੰ ਪਹਿਲਾਂ ਇੱਕ ਵਰਡ ਦੱਸ ਕੇ ਹਟਿਆ ਪੁੱਤ ਹਾਊਐਵਰ ਦੇਖੋ ਆ ਰਿਹਾ ਉੱਪਰ ਮੈਂ ਤੁਹਾਨੂੰ ਕਹਿ ਕੇ ਹਟਿਆ ਸੀਗਾ that is called a while however ਤੇ whilst ਚਾਹੇ ਰੀਡਿੰਗ ਚਾਹੇ ਰਾਈਟਿੰਗ ਚਾਹੇ ਸਪੀਕਿੰਗ ਚਾਹੇ ਲਿਸਨਿੰਗ ਇਹਦੀ ਇੰਪੋਰਟੈਂਸ ਬਹੁਤ ਵੱਡੀ ਹੈ। ਇੰਪੋਰਟੈਂਸ ਵੱਡੀ ਦਾ ਮਤਲਬ ਕੀ ਹੈਗਾ ਹੁਣ ਜਿੱਥੇ however ਆ ਗਿਆ ਤਾਂ ਸਟੇਟਮੈਂਟ ਇਸ ਤੋਂ ਉਲਟ ਹੋ ਜੂਗੀ। ਹੁਣ there are some schools where students are allowed to dress as per their wish। ਹੁਣ as per their wish ਦਾ ਮਤਲਬ ਕੀ ਹੋ ਗਿਆ as their choice ਵੀ ਕਈ ਸਕੂਲ ਤਾਂ ਐਵੇਂ ਨੇ ਜਿੱਥੇ ਡਰੈਸ ਕੋਡ ਹੋ ਗਿਆ ਮੈਂਡੇਟਰੀ ਤੇ ਕਈ ਸਕੂਲ ਐਵੇਂ ਨੇ ਜਿੱਥੇ ਡਰੈਸ ਕੋਡ ਨੂੰ ਆਪਾਂ ਕਹਿੰਦੇ ਵੀ ਉਹ ਆਪਣੀ ਵਿਸ਼ ਦੇ ਨਾਲ ਪਾਉਂਦੇ ਆ। ਮਤਲਬ ਆਹ ਥੀਸਿਸ ਸ਼ੁਰੂ ਹੋ ਗਈ ਥੀਸਿਸ this essay will examines the merits and demerits of wearing uniform। मतलब मैं कोई टास्क स्टेटमेंट कुछ नहीं दस्या ਇਹਦੇ ਚ बस मैं ਇਹ ਦੱਸਦਾ ਕਿ ਜਿਹੜਾ ਇਹ ਐਸੇ ਹੈ ਇਹ ਤੁਹਾਨੂੰ ਇਹਦੇ ਮੈਰਿਟਸ ਤੇ ਡੀਮੈਰਿਟਸ ਬਾਰੇ ਦੱਸੂਗਾ ਇਹ ਤੋਂ ਵੱਧ ਕੁਝ ਨਹੀਂ। ਇੰਟਰੋਡਕਸ਼ਨ ਦਾ ਹਾਫ ਬੈਂਡ ਹੁੰਦਾ ਹੈ। ਮੈਂ ਇੰਟਰੋਡਕਸ਼ਨ ਨੂੰ ਬਣਾਉਣ ਦੇ ਲਈ ਕੀ ਕੀਤਾ ਉੱਪਰਲੀ ਸਟੇਟਮੈਂਟ ਨੂੰ ਪੜਿਆ ਜਿਵੇਂ ਵੀ ਆਪਣੀ ਇੰਗਲਿਸ਼ ਦੇ ਵਿੱਚ ਮੈंने ਉਹਨੂੰ ਚੇਂਜ ਕਰਿਆ ਤੇ ਮੈਂ ਕੀ ਕੀਤਾ ਪੁੱਤ मैं अपने वर्डिंग ਦੇ ਵਿੱਚ ਲੈ ਕੇ ਉਹਨੂੰ ਚੇਂਜ ਕਰਦਾ। ਜਿੱਥੇ ਸਮ ਸਕੂਲ ਸੀਗਾ मैंने ਉੱਥੇ ਮੋਸਟ ਆਫ ਦਾ ਸਕੂਲਸ ਪਾ ਲਿਆ। ਜਿੱਥੇ ਉਰੇ ਸੀਗਾ ਸਟ੍ਰਿਕਟ ਅਬਾਊਟ देयर ਸਕੂਲ ਯੂਨੀਫਾਰਮ ਤਾਂ ਮੈਂ ਉਰੇ ਯੂਨੀਫਾਰਮ ਮੈਂਡੇਟਰੀ ਪਾ ਲਿਆ ਤੇ ਉਰੇ ਵਾਈਲ ਸੀਗਾ ਤਾਂ ਮੈਂ ਵਾਈਲ ਦਾ ਪੁੱਤ ਚੇਂਜ ਕਰਕੇ ਹਾਊਐਵਰ ਪਾ ਲਿਆ। अदर स्कूल हैव अ वेरी रिलैक्स्ड ड्रेस कोड ਜਿਹੜਾ ਰਿਲੈਕਸਡ ਡਰੈਸ ਕੋਡ ਹੈ ਤਾਂ ਉਰੇ ਮੈਂ ਕਹਿੰਦਾ ਵੀ ਜਿਹੜੇ ਦੂਜੇ ਸਟੂਡੈਂਟ ਨੇ ਉਹ ਅਲਾਉ ਨੇ ਡਰੈਸ ਕੋਡ ਐਜ਼ ਪਰ देयर ਚੁਆਇਸ। ਹੁਣ ਇੱਕ ਗੱਲ ਧਿਆਨ ਨਾਲ ਸੁਣਿਓ ਕਿ ਜਿੰਨੇ ਵੀ ਬੱਚੇ ਨੇ ਉਹ ਆਪਣੀ ਮਰਜ਼ੀ ਦੇ ਨਾਲ ਰੀਫਰੇਜ਼ ਕਰ ਸਕਦੇ ਨੇ ਤੇ ਕਿਸੇ ਵੀ ਬੱਚੇ ਨੂੰ ਕੋਈ ਉਰੇ ਫੋਰਸ ਨਹੀਂ ਕੀਤਾ ਜਾਂਦਾ ਕਿ ਉਸਨੇ ਮੇਰੇ ਅਕੋਰਡਿੰਗ ਹੀ ਲਿਖਣਾ ਹੈਗਾ। ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਕਦੇ ਵੀ ਰਾਈਟਿੰਗ ਤੁਹਾਨੂੰ ਲਿਖਣੀ ਹੈ ਰਾਈਟਿੰਗ ਦਾ ਤੁਸੀਂ ਐਸੇ ਸ਼ੁਰੂ ਕਰੋਗੇ ਤਾਂ ਤੁਹਾਨੂੰ ਰੀਫਰੇਜ਼ ਕਰਨਾ ਪਊਗਾ ਹੀ ਪਊਗਾ। ਬਿਨਾਂ ਰੀਫਰੇਜ਼ ਤੋਂ ਤੁਸੀਂ ਰਾਈਟਿੰਗ ਨਹੀਂ ਕਰ ਸਕਦੇ। ਤੇ ਬਹੁਤ ਸਾਰੇ ਇੰਸਟੀਚਿਊਟ ਦੇ ਵਿੱਚ ਇੱਕ ਚੀਜ਼ ਬੜੀ ਗਲਤ ਸਿਖਾਈ ਜਾਂਦੀ ਹੁੰਦੀ ਆ ਧਿਆਨ ਨਾਲ ਸੁਣਿਓ ਮੇਰੀ ਗੱਲ ਕਿ ਜੇ ਰੀਫਰੇਜ਼ ਕਰਨਾ ਹੈ ਨਾ ਤੁਸੀਂ ਸਟੈਪ ਬਾय ਸਟੈਪ ਕੱਲੇ ਕੱਲੇ ਅੱਖਰ ਨੂੰ ਉੱਪਰੋਂ ਨੀਚੇ ਤਾਰ ਲਓ। ਉੱਪਰੋਂ ਤਾਰੋ ਦਾ ਮਤਲਬ ਸਮਝਾਉਣਾ ਮੈਂ ਪਤਾ ਕੀ ਕਰਦੇ ਆ ਉਹ ਜਿਵੇਂ ਸਮ ਦਾ ਬਣਾ ਲਿਆ ਫਿਊ ਸਕੂਲ ਦਾ ਬਣਾ ਲਿਆ ਇੰਸਟੀਟਿਊਟਸ। ਮੇਰੀ ਗੱਲ ਨੂੰ ਸਮਝ ਰਹੇ ਹੋਗੇ ਇਹ ਤਾਂ ਨਾ ਕਿਡ ਟਾਕ ਹੈ ਬੱਚਿਆਂ ਦੀ ਟਾਕ ਹੈ ਇਹਦੇ ਨਾਲ ਕਦੇ ਵੀ ਬੈਂਡ ਨਹੀਂ ਆਉਂਦੇ ਹੈਗੇ। ਮੇਰਾ ਪਰਸਨਲ ਐਕਸਪੀਰੀਅੰਸ ਤੁਹਾਨੂੰ ਇਹ ਕਹਿੰਦਾ ਹੈਗਾ ਕਿ ਜੇਕਰ ਕਿਸੇ ਬੱਚੇ ਨੇ ਬੈਂਡ ਲੈ ਕੇ ਆਉਣੇ ਆ ਆਇਲਸ ਰਾਈਟਿੰਗ ਦੇ ਵਿੱਚੋਂ ਬਸ ਉਹਨੂੰ ਇਹ ਪਤਾ ਹੋਵੇ ਕਿ ਮੈਂ ਪੂਰੀ ਸਟੇਟਮੈਂਟ ਨੂੰ ਪੜ੍ਹ ਕੇ
अपनी वर्डिंग दे विच लिखूंगा, इस तो बाद कुछ भी नहीं करता, दैट्स इट, इट इज कॉल्ड अ रीफ्रेज। ते थीसिस मैं बड़े वधिया सिंपल जे च लिखता कि दिस एसे विल एग्जामिन, जिहड़ा एसे हुण एग्जामिन करूगा मतलब उन्हां नूं एडवांटेजेस एंड डिसएडवांटेजेस, बस जिहड़ा एसे है वो एडवांटेज ते डिसएडवांटेज दे बारे गल करूगा। कोई इंट्रोडक्शन नूं लैके किसी भी बच्चे नूं कोई सवाल है वो पुछ सकदा है। मैं इधरों अपनी सिक्योरिटी हटा देना, आलू किसी ने भी म्यूट तो हटाना, जे नहीं है तो फिर अगे चलिए, टाइम वेस्ट ना करिए। ओके चलो जी, मैं हम सिक्योरिटी ला दा। ਆਪਾਂ ਨੂੰ ਚਾਹੀਦੇ ਨੇ ਦੋ ਬॉडी ਪੈਰਾਗ੍ਰਾਫ ਤੇ ਇੱਕ ਬॉडी ਪੈਰਾਗ੍ਰਾਫ ਦੇ 2.5 ਬੈਂਡ ਨੇ 2.5। ਹੁਣ ਮੈਂ ਤੁਹਾਨੂੰ ਦੱਸਦਾ, ਗੱਲ ਸੁਣੋ ਧਿਆਨ ਨਾਲ। ਹਾਫ ਬੈਂਡ ਕਾਹਦਾ ਹੈ? ਇੰਟਰੋਡਕਸ਼ਨ ਦਾ। 2.5 ਤੇ 2.5 ਬॉडी 1 ਬॉडी 2, मतलब ਕੀ ਹੋ ਗਿਆ? 5 ਬੈਂਡ ਉਹ ਹੋ ਗਏ, ਅੱਧਾ ਬੈਂਡ ਹੋ ਗਿਆ 5.5, ਅੱਧਾ ਬੈਂਡ ਹੋ ਗਿਆ ਕਨਕਲੂਜਨ ਦਾ, ਟੋਟਲ ਹੋ ਗਏ 6 ਬੈਂਡ। मैं उम्मीद करूंगा तुसी सारिਆਂ ਨੂੰ ਇਹ ਬਹੁਤ ਵਧੀਆ ਸਮਝ ਆ ਰਿਹਾ ਹੋਗਾ ਵੀ ਆਪਾਂ ਸਕੋਰ ਕਿਵੇਂ ਲੈ। ਹੁਣ ਇਹ ਨਹੀਂ ਹੈਗਾ ਵੀ ਸਰ ਮੈਨੂੰ ਬॉडी 1 ਬॉडी 2 ਛੱਡੋ, ਬਸ ਮੈਂ ਉੱਪਰੋਂ ਰੀਫਰੇਜ਼ ਕਰਕੇ ਲਿਖਿਆਗਾ ਥੱਲੇ ਕਨਕਲੂਜਨ ਵੀ ਇੱਕ ਮਿੰਟ ਦਾ ਆ ਜਾਏਗਾ ਨਾ। ਮੈਂ ਤੁਹਾਨੂੰ ਇੰਨੀ ਗੱਲ ਸਮਝਾਉਣਾ, ਮੇਰੇ ਬੱਚੇ ਤੁਸੀਂ ਬਹੁਤ ਸਿਆਣੇ ਹੋ, ਬਹੁਤ ਪਿਆਰੇ ਹੋਗੇ, ਤੇ ਮੇਰਾ ਪਰਸਨਲ ਐਕਸਪੀਰੀਅੰਸ ਇਹ ਕਹਿੰਦਾ ਕਿ ਦਿਸ ਇਜ਼ ਦਾ ਬੈਸਟ ਵੇ ਟੂ ਰਾਈਟ ਇੰਟਰੋਡਕਸ਼ਨ ਕਿ ਰੀਫਰੇਜ਼। ਤੇ ਇੱਕ ਗੱਲ ਹੋਰ ਸੁਣ ਲਓ, ਚਾਹੇ ਐਸੇ ਪ੍ਰੋਬਲਮ ਸੋਲੂਸ਼ਨ ਦਾ, ਚਾਹੇ ਐਸੇ ਐਡਵਾਂਟੇਜ ਡਿਸਐਡਵਾਂਟੇਜ, ਬੋਥ ਵਿਊ। ਮੁੱਕਦੀ ਗੱਲ ਹੈ, ਐਸੇ ਜਿਹੜਾ ਮਰਜ਼ੀ ਹੋਵੇ ਕੋਈ ਮੈਟਰ ਨਹੀਂ ਕਰਦਾ, ਤੁਹਾਨੂੰ ਰੀਫਰੇਜ਼ ਕਰਨਾ ਆਉਣਾ ਚਾਹੀਦਾ, ਦੈਟਸ ਇਟ। ਤੇ ਹੁਣ ਰੀਫਰੇਜ਼ ਕਰਨ ਦੇ ਲਈ ਕਈ ਵਾਰ ਕੀ ਹੁੰਦਾ, ਕੋਈ ਸਟੇਟਮੈਂਟ ਆਪਾਂ ਨੂੰ ਐਵੇਂ ਦੀ ਮਿਲ ਜਾਂਦੀ ਹੈ ਪੇਪਰ ਦੇ ਵਿੱਚ ਜਿਸ ਦਾ ਆਪਾਂ ਨੂੰ ਸਿਨੋਨਿਮ ਨਹੀਂ ਆਉਂਦਾ। ਇਹ ਵੀ ਆਪਾਂ ਮਸ਼ੀਨ ਥੋੜੀ ਆ। ਤਾਂ ਇੱਕ ਗੱਲ ਯਾਦ ਰੱਖਿਓ, ਗਲਤ ਲਿਖਣ ਦੀ ਬਜਾਏ, ਰਾਦਰ ਟੂ ਰਾਈਟ ਰੋਂਗ, ਗਲਤ ਲਿਖਣ ਦੀ ਬਜਾਏ ਤੁਸੀਂ ਉਸ ਨੂੰ ਸੇਮ ਦਾ ਸੇਮ ਲਿਖਿਆ ਹੋ। ਸਗੋਂ ਗਲਤ ਦੇ ਬੈਂਡ ਹਲੇ ਡਿਡਕਟ ਹੋਣਗੇ ਹੀ ਹੋਣਗੇ, ਪਰ ਜੇ ਤੁਸੀਂ ਸੇਮ ਲਿਖਿਆ ਤਾਂ ਐਗਜ਼ਾਮੀਨਰ ਭਾਵੇਂ ਇਹ ਚੀਜ਼ ਸੋਚ ਲੈ ਵੀ ਗਲਤ ਤਾਂ ਨਹੀਂ ਲਿਖਿਆ, ਤਾਂ ਕੋਈ ਵਰੀ ਨਹੀਂ ਹੈਗਾ, ਤੁਹਾਡੇ ਗੱਲ ਤੇ ਆਰਾ ਨਹੀਂ ਰੱਖਿਆ ਹੋਇਆ, ਤੁਹਾਨੂੰ ਡਰਾ ਕੇ ਨਹੀਂ ਪੜਾ ਰਿਹਾ ਮੈਂ। ਮੇਰੇ ਕਹਿਣ ਦਾ ਮਤਲਬ ਮੈਂ ਬਹੁਤ ਸਿੰਪਲ ਜਿਹੇ ਤਰੀਕੇ ਨਾਲ ਤੁਹਾਨੂੰ ਸਮਝਾ ਰਿਹਾ ਕਿ ਐਸੇ ਦੇ ਵਿੱਚ ਤੁਹਾਨੂੰ ਲਿਖਣਾ ਪਊਗਾ ਰੀਫਰੇਜ਼ ਤੇ ਥੀਸਿਸ, ਰੂਲ ਹੈ। ਹੁਣ ਬॉडी 1 ਬਣਾਉਣਾ ਤਾਂ ਬॉडी 1 ਦੇ ਲਈ ਚਾਹੀਦੇ ਨੇ ਤੁਹਾਨੂੰ 4 ਥਿੰਗਸ, 4 ਚੀਜ਼ਾਂ। ਜੇ ਨਹੀਂ ਹੈਗੀਆਂ ਤਾਂ ਬॉडी ਪੈਰਾਗ੍ਰਾਫ ਨਹੀਂ ਹੈਗਾ। 4 ਚੀਜ਼ਾਂ ਦਾ ਮਤਲਬ ਕੀ ਹੈ? ਉਹੀ ਚੀਜ਼ਾਂ। ਨੰਬਰ 1 ਟਾਸਕ ਸਟੇਟਮੈਂਟ। टास्क स्टेटमेंट का मतलब यह है कि तुसी जो पैरे नूं शुरू करना है, 2 या 3 लाइनां दे विच यह दस दो कि मैं की गल करनी है, कि मेरा टॉपिक की है, मैं किस बारे लिखूंगा। इहदे च वो हुंदा है टास्क स्टेटमेंट। उस तो बाद जिहड़ी चीज आपां नूं थोड़ा जिहा एक्सप्लेन कर दिंदे आ भी जिहड़ी मैं तुहानूं आ गल कह रहा ना, इहदा तां आ मतलब निकलदा हैगा। उस तो बाद मैं दिना ਉਹਦੇ ਇੱਕ एग्जाम्पल। एग्जाम्पल भी सुन दो ध्यान नाल, कोई सच्ची कोई झूठी कोई मैटर नहीं करता, पर वधिया तरीके नाल जचा के लिखनी आपां नूं आउणी चाहीदी है। ते लास्ट ते आपां लिखदे हुंदे आ कि दैट इज कॉल्ड अ इफेक्ट। ते मैं बहुत ज़्यादा वधिया तरीके दे नाल लिखिआ है, ते मैं तुहानूं कल्ला कल्ला ये कलर चेंज कर करके समझाउणा कि टास्क स्टेटमेंट मैंने एवें लिखिआ, एक्सप्लेन मैंने एवें करिआ, एग्जाम्पल मैं एवें दे रहा, ਤੇ ਉਹਦਾ ਇਫੈਕਟ ਨਿਕਲ ਗਿਆ ਇਹ। ਤੇ ਤੁਹਾਨੂੰ ਕੋਈ ਡਾਊਟ ਨਹੀਂ ਰਹਿਣ ਦਿੰਦਾ ਰਾਈਟਿੰਗ ਦੇ ਵਿੱਚ। ਚਲੋ ਆਪਾਂ ਸ਼ੁਰੂ ਕਰਦੇ ਹਾਂ। ਬॉडी 1 ਦੇਖੋ ਮੈंने ਕਿਵੇਂ ਡਿਜ਼ਾਈਨ ਕਰਿਆ, ਜਿੱਥੇ ਤੇ ਜਿਹੜੀ ਚੀਜ਼ ਸਮਝਾਉਣ ਵਾਲੀ ਹੋਊਗੀ ਮੈਂ ਸਾਰੀਆਂ ਸਮਝਾ ਦੂੰਗਾ। ਜਦੋਂ ਵੀ ਕਦੇ ਆਪਾਂ ਬॉडी ਨੂੰ ਸ਼ੁਰੂ ਕਰਦੇ ਹੁੰਦੇ ਆ, ਬॉडी 1 ਨੂੰ ਆਪਾਂ ਸ਼ੁਰੂ ਕਰਦੇ ਨੇ ਮੇਰੇ ਪੁੱਤ, ਤਾਂ ਆਪਾਂ ਕੀ ਕਰਦੇ ਹੁੰਦੇ, ਧਿਆਨ ਨਾਲ ਦੇਖੋ। ਇਹ ਆ ਲੋ ਤੁਹਾਨੂੰ ਕਲਰ ਵੀ ਦੇਣਾ ਨਾਲ ਨਾਲ ਕਰਕੇ। ਯੈਸ, ਆਹ ਵਰਡ ਸਭ ਤੋਂ ਬੜਾ ਇੰਪੋਰਟੈਂਟ ਹੁੰਦਾ, ਟੂ ਕਮੈਂਸ ਵਿਦ। ਇਹਨੂੰ ਤੁਸੀਂ ਚਾਹੇ ਟੂ ਕਮੈਂਸ ਵਿਦ ਲਿਖ ਲਓ, ਚਾਹੇ ਤੁਸੀਂ टू बिगिन लिख लो। बहुत लोग फर्स्ट एंड फोरमोस्ट लिख लेंगे ने, ते गलत मेरा कोई भी बच्चा नहीं। ते इस बार कॉमा जरूर पाना है, कॉमा। टू कमेंस विद कॉमा, द मोस्ट इंपॉर्टेंट एडवांटेजेस आर। किहड़े-किहड़े मैं 2 एडवांटेज लिख रहा हूं, एडवांटेजेस पूछे ने मैं 2 लिख रहा। द मोस्ट इंपॉर्टेंट एडवांटेजेस आर, पहला की है एलिमिनेशन ऑफ सोशल एंड इकनॉमिक डिफरेंसिस। हुण एलिमिनेट, एलिमिनेशन एलिमिनेट तो बनिया, ते एलिमिनेट का मतलब होता है खत्म करना किसी चीज नूं, किसी चीज का खात्मा करना, उसनूं एलिमिनेशन कहने आपां।
एलिमिनेशन ऑफ सोशल एंड इकोनॉमिक डिफरेंस, ना तो इन्हां कोई जात पात का पंगा रहिंदा। बच्चे मैं बाद चो दूंगा किसी का जवाब, प्लीज टाइप ना करो, हले कुछ जो मैं देना है मैं आप ही दे दूंगा जवाब, ठीक है। मोस्ट इंपॉर्टेंट एडवांटेज की है एलिमिनेशन ऑफ सोशल एंड इकोनॉमिक डिफरेंस। जी ड्रेस है ना, नाले तो सोशल ते नाले इकोनॉमिक आ डिफरेंस नु खत्म कर दी है। एंड ते इहदी स्पेलिंग ध्यान नाल लिख लो, INSTALLING, इंस्टॉलिंग। आप इंस्टॉल करते होने कोई चीज नु, ठीक है। इंस्टॉलिंग डिसिप्लिन, ते यह बच्चों दे विच एक डिसिप्लिन भी पैदा करती है। मैंने की किया, ਜਦੋਂ ਕਦੇ ਵੀ ਤੁਸੀਂ ਰਾਈਟਿੰਗ ਲਿਖਣੀ ਹੈ ਤੁਸੀਂ ਟੂ ਕਮੈਂਟਸ ਵਿਦ ਲਿਖ ਕੇ ਦਾ ਮੋਸਟ ਇੰਪੋਰਟੈਂਟ ਐਡਵਾਂਟੇजेस ਆਰ, ਕਿਹੜੇ ਦੋ ਐਡਵਾਂਟੇਜ ਬਾਰੇ ਤੁਸੀਂ ਦੱਸਣਾ ਹੈ ਤੁਸੀਂ ਉਹਨੂੰ ਲਿਖ ਦਿਓ। ਇਹ ਹੈ ਟਾਸਕ ਸਟੇਟਮੈਂਟ। ਮੈਂ ਲਿਖਿਆ ਐਲੀਮੀਨੇਸ਼ਨ ਆਫ ਸੋਸ਼ਲ ਐਂਡ ਇਕਨੋਮਿਕ ਡਿਫਰੈਂਸ, ਕਿ ਸੋਸ਼ਲ ਤੇ ਇਕਨੋਮਿਕ ਜਿਹੜੇ ਡਿਫਰੈਂਸ ਨੇ ਉਹਦਾ ਖਾਤਮਾ ਕਰਦੀ ਹੈ, ਤੇ ਇੰਸਟਾਲਿੰਗ ਡਿਸਿਪਲਿਨ, ਤੇ ਬੱਚਿਆਂ ਦੇ ਵਿੱਚ ਇੱਕ ਡਿਸਿਪਲਿਨ ਨੂੰ ਇੰਸਟਾਲ ਕਰਦੀ ਹੈ। ਤੇ ਇੱਕ ਗੱਲ ਹੋਰ ਯਾਦ ਰੱਖਿਓ, INSTALL, ਇਹ ਇੰਸਟਾਲ ਹੈ। ਜੇ ਤੁਸੀਂ ਇਹ ਐਪ ਵਾਲਾ ਨੇ ਨਾ INSTO, ਇਹਦੀ ਜਗ੍ਹਾ ਤੇ O ਪੈ ਗਿਆ ਤਾਂ ਇਹਦਾ ਮਤਲਬ ਇੰਸਟਾਲਿੰਗ ਹੈ ਨਾ, ਇੰਸਟਾਲਿੰਗ ਦਾ ਮਤਲਬ ਹੈ ਭੜਕਾਉਣਾ, ਕਿਸੇ ਨੂੰ ਜਿਵੇਂ ਪ੍ਰਵੋਕ ਕਰਨਾ, ਭੜਕਾਉਣਾ। ਇਹ ਆਪਣੇ ਲਿਖੀ ਆਪਣੀ ਟਾਸਕ ਸਟੇਟਮੈਂਟ। ਹੁਣ ਟਾਸਕ ਸਟੇਟਮੈਂਟ ਤੋਂ ਜਿਹੜੀ ਅਗਲੀ ਚੀਜ਼ ਆਪਾਂ ਲਿਖਦੇ ਹੁੰਦੇ ਆ ਉਹਨੂੰ ਲਿਖਦੇ ਹੁੰਦੇ ਆ ਐਕਸਪਲੇਨੇਸ਼ਨ। ਹੁਣ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਜਿਹੜੀ ਡਰੈਸ ਹੈ ਭਾਈ ਉਹਦਾ ਕੀ ਫਾਇਦਾ ਹੈਗਾ, ਨਾਲੇ ਤਾਂ ਬੱਚਿਆਂ ਨੂੰ ਉੱਚਾ ਨੀਚਾ ਠੀਕ ਰੱਖਦੀ ਹੈ ਤੇ ਡਿਸਿਪਲਿਨ। ਹੁਣ ਐਕਸਪਲੇਨ ਕਰਨ ਦੇ ਲਈ ਮੈਂ ਤੁਹਾਨੂੰ ਇੱਕ ਕਲਰ ਹੋਰ ਚੇਂਜ ਕਰਦਾ, ਤੇ ਆਹ ਵਰਡ ਯੂਜ਼ ਕੀਤਾ ਮੈਨੇ, ਟੂ ਐਕਸਪਲੇਨ ਇਟ। ਤੁਸੀਂ ਇਹਦੀ ਜਗ੍ਹਾ ਤੇ ਟੂ ਐਕਸਪਲੀਕੇਟ ਵੀ ਲਿਖ ਸਕਦੇ ਹੋਗੇ ਆਪਣੀ ਮਰਜ਼ੀ ਨਾਲ। ਜੇ ਐਕਸਪਲੀਕੇਟ ਨਹੀਂ ਲਿਖਣਾ ਤੁਸੀਂ ਟੂ ਇਲੈਬੋਰੇਟ ਵੀ ਲਿਖ ਸਕਦੇ ਹੋ, ਤੁਹਾਡੀ ਆਪਣੀ ਚੋਇਸ ਹੈ, ਠੀਕ ਹੈ। ਟੂ ਐਕਸਪਲੇਨ ਇਟ when all the students wear the same clothing, ਜਦੋਂ ਸਾਰੇ ਬੱਚੇ same clothing wear ਕਰਨਗੇ, they look alike, a same of equality is created among them, ਤਾਂ ਉਹ ਸਾਰੇ ਇੱਕੋ ਜਿਹੇ ਦਿਖਣਗੇ ਤੇ ਜਿਹੜੀ ਉਹਨਾਂ 'ਚ ਇਕੁਐਲਿਟੀ ਪੈਦਾ ਹੋ ਜੂਗੀ। ਇਕੁਐਲਿਟੀ ਮਤਲਬ ਕੀ ਹੋ ਗਿਆ ਕਿ ਕੋਈ ਉੱਚਾ ਨੀਵਾਂ ਨਹੀਂ, ਕੋਈ ਜਾਤ ਪਾਤ ਨਹੀਂ, ਕਿਉਂਕਿ ਸਾਰਿਆਂ ਦੇ ਕੱਪੜੇ ਇੱਕੋ ਜਿਹੇ ਹੋਣਗੇ। ਆਪਾਂ ਉੱਪਰ ਦੱਸਿਆ ਟਾਸਕ ਸਟੇਟਮੈਂਟ, ਤੇ ਇਸ ਕਲਰ 'ਚ ਮੈਨੇ ਐਕਸਪਲੇਨ ਕਰਤਾ ਕਿ ਜੇ ਐਵੇਂ ਦੇ ਕੱਪੜੇ ਪਾਉਣਗੇ ਤਾਂ ਉਹਨਾਂ 'ਚ ਇਕੁਐਲਿਟੀ ਪੈਦਾ ਹੋ ਜੂਗੀ। ਥਰਡ ਨੰਬਰ ਤੇ ਚਾਹੀਦੀ ਹੈ ਮੈਨੂੰ ਇੱਕ ਐਗਜ਼ਾਮਪਲ। ਹੁਣ ਦੇਖੋ ਮੈਂ ਐਗਜ਼ਾਮਪਲ ਕਿਸ ਲੈਵਲ ਦੀ ਐਡ ਕਰੀ ਹੈ, 'ਚ ਵਰਡ ਯੂਜ਼ ਕੀਤਾ ਮੈਨੇ ਫॉर ਐਗਜ਼ਾਮਪਲ। ਤੁਸੀਂ ਇਹਦੀ ਜਗ੍ਹਾ ਤੇ ਫॉर ਇਨਸਟੈਂਸ ਵੀ ਲਿਖ ਸਕਦੇ ਸੀ ਜਾਂ ਟੂ ਐਪੀਟੋਮ ਵੀ ਲਿਖ ਸਕਦੇ ਸੀ। ਫॉर ਐਗਜ਼ਾਮਪਲ ਕੀ ਦਿੱਤਾ ਮੈਨੇ, ਧਿਆਨ ਨਾਲ ਦੇਖੋ, ਨਾਲ ਜੁੜਦੀ ਐਗਜ਼ਾਮਪਲ ਜੋੜ ਰਿਹਾ ਮੈਂ। ਅ ਸਰਵੇ ਕੰਡਕਟਡ ਬਾय ਡਿਪਾਰਟਮੈਂਟ ਆਫ ਐਜੂਕੇਸ਼ਨ, ਕਿਉਂਕਿ ਐਜੂਕੇਸ਼ਨ ਨਾਲ ਜੁੜਿਆ ਹੋਇਆ ਹੈ। ਇੱਕ ਸਰਵੇ ਕੰਡਕਟ ਕੀਤਾ ਡਿਪਾਰਟਮੈਂਟ ਆਫ ਐਜੂਕੇਸ਼ਨ ਨੇ ਇਨ ਆਕਸਫੋਰਡ ਸਕੂਲ ਆਫ ਯੂਰਪ। ਕੋਈ ਯੂਰਪ ਦਾ ਸਕੂਲ ਹੈ, ਆਕਸਫੋਰਡ ਸੀਗਾ, ਉਹਨੇ ਕੀ ਸਰਵੇ ਕੀਤਾ, they found that the level of discrimination ਦਾ ਮਤਲਬ ਹੁੰਦਾ ਹੈ ਜਦੋਂ ਕਲਰ ਦਾ, ਜਾਤ ਪਾਤ ਦਾ ਕੋਈ ਭੇਦਭਾਵ ਰੱਖਦਾ ਹੁੰਦਾ ਹੈਗਾ, ਜਾਂ ਕਾਲੇ ਗੋਰੇ ਦਾ ਕੋਈ ਭੇਦਭਾਵ ਰੱਖਦਾ ਹੁੰਦਾ, ਉਹਨੂੰ ਡਿਸਕ੍ਰਿਮੀਨੇਸ਼ਨ ਕਹਿੰਦੇ ਨੇ। ਉਹ ਕਹਿੰਦਾ ਵੀ ਉਹਨਾਂ ਨੇ ਇੱਕ ਸਰਵੇ ਕੀਤਾ ਆਕਸਫੋਰਡ ਸਕੂਲ ਯੂਰਪ ਵਾਲਿਆਂ ਨੇ, ਕਿ ਉਹਨਾਂ ਨੇ ਇਹ ਚੀਜ਼ ਲੱਭੀ ਕਿ ਜਿਹੜਾ ਲੈਵਲ ਆਫ ਡਿਸਕ੍ਰਿਮੀਨੇਸ਼ਨ ਹੈ ਨਾ ਵਾਜ਼ ਹਾਈ, ਬਹੁਤ ਜ਼ਿਆਦਾ ਉੱਚਾ ਸੀ। when school did not provide uniform, ਜਦੋਂ ਸਕੂਲ ਨੇ ਯੂਨੀਫਾਰਮ ਪ੍ਰੋਵਾਈਡ ਨਹੀਂ ਕੀਤੀ ਸੀ ਨਾ, ਉਸ ਟਾਈਮ ਡਿਸਕ੍ਰਿਮੀਨੇਸ਼ਨ ਬਹੁਤ ਵੱਡੇ ਲੈਵਲ ਤੇ ਸੀ, ਕਿਉਂਕਿ ਲੋਕ ਇੱਕ ਦੂਜੇ ਨੂੰ ਅੰਡਰਸਟੈਂਡ ਨਹੀਂ ਕਰਦੇ ਸੀਗੇ। ਲੋਕ ਕੀ ਕਰਦੇ ਸੀਗੇ, ਲਾ ਲਓ ਬੱਚੇ ਅਮੀਰਾਂ ਦੇ ਜਵਾਕ ਸੀ ਜਿਹੜੇ, ਉਹ ਆਪਣੇ ਵਧੀਆ ਕੱਪੜਿਆਂ ਦਾ ਜ਼ਿਆਦਾ ਮਾਣ ਕਰਦੇ ਸੀ, ਜਿਹੜੇ ਗਰੀਬ ਹੁੰਦੇ ਸੀ ਉਹਨਾਂ ਨਾਲ ਬਹੁਤ ਮਾੜਾ ਹੁੰਦਾ ਸੀਗਾ। ਤਾਂ ਉਹ ਕਹਿੰਦੇ ਵੀ ਇਹ ਬਹੁਤ ਬੁਰੀ ਚੀਜ਼ ਸੀਗੀ ਜਦੋਂ ਡਿਸਕ੍ਰਿਮੀਨੇਸ਼ਨ ਸੀਗਾ, ਜਦੋਂ ਡਰੈਸ ਕੋਡ ਨਹੀਂ ਸੀਗਾ। ਤੇ ਉਸ ਤੋਂ ਬਾਅਦ ਕੀ ਹੋਇਆ, when school did not provide uniform, ਠੀਕ ਹੈ, while the level dropped down, ਮੈਂ ਤੁਹਾਨੂੰ ਦੱਸਿਆ ਨਾ while word ਕਿ ਹੁਣ ਇਹ ਤੋਂ ਉਲਟ ਗੱਲ ਹੋ ਗਈ, ਜਿਹੜਾ ਲੈਵਲ ਹੈ ਉਹ dropped down ਹੋ ਗਿਆ after compulsion of uniform, ਜਦੋਂ ਯੂਨੀਫਾਰਮ ਕੰਪਲਸ਼ਨ ਹੋ ਗਈ, ਯੂਨੀਫਾਰਮ ਕੰਪਲਸਰੀ ਹੋ ਗਈ, ਤਾਂ ਬਹੁਤ ਸਾਰੇ ਜਿਹੜਾ ਡਿਸਕ੍ਰਿਮੀਨੇਸ਼ਨ ਸੀਗਾ ਉਹਦਾ ਲੈਵਲ ਸੀਗਾ ਉਹ ਡਾਊਨ ਹੋ ਗਿਆ। ਪਹਿਲਾਂ ਮੈਨੇ ਟਾਸਕ ਸਟੇਟਮੈਂਟ 'ਚ ਦੱਸਿਆ ਕਿ ਭਾਈ ਐਲੀਮੀਨੇਸ਼ਨ ਕਰਦਾ ਇਹ ਸੋਸ਼ਲ ਨੂੰ ਤੇ ਇਕਨੋਮਿਕ ਨੂੰ ਤੇ ਡਿਸਿਪਲਿਨ ਬਣਾਉਂਦਾ ਹੈ।
ਐਕਸਪਲੇਨ ਕਰਤਾ ਕਿ ਜਦੋਂ ਸਕੂਲ 'ਚ ਸਾਰੇ ਬੱਚੇ ਇੱਕੋ ਜਿਹੇ ਕੱਪੜੇ ਪਾ ਕੇ ਆਉਣਗੇ ਤਾਂ ਉਹ ਇੱਕੋ ਜਿਹੇ ਲੱਗਣਗੇ, ਉਹਨਾਂ 'ਚ ਕੋਈ ਭੇਦਭਾਵ ਨਹੀਂ ਹੋਊਗਾ। ਫੋਰ ਐਗਜ਼ਾਮਪਲ 'ਚ ਮੈਂ ਕਿਹਾ ਵੀ ਇੱਕ ਸਰਵੇ, ਤੁਸੀਂ ਬਸ ਇਹ ਚੀਜ਼ਾਂ ਧਿਆਨ 'ਚ ਰੱਖੋ ਵੀ ਇੱਕ ਸਰਵੇ ਕੰਡਕਟ ਕੀਤਾ ਡਿਪਾਰਟਮੈਂਟ ਆਫ ਐਜੂਕੇਸ਼ਨ ਨੇ, ਆਕਸਫੋਰਡ ਸਕੂਲ ਆਫ, ਮੈਂ ਯੂਰਪ ਲਿਖਿਆ, ਕੋਈ ਬੱਚਾ ਦੀ ਥਾਂ ਤੇ ਆਸਟ੍ਰੇਲੀਆ ਵੀ ਲਿਖ ਸਕਦਾ ਹੈ, ਕੋਈ ਕੈਨੇਡਾ ਵੀ ਲਿਖ ਸਕਦਾ ਹੈ, ਕੋਈ ਜਿੱਥੋਂ ਮਰਜ਼ੀ ਦਾ। ਉਹਨਾਂ ਨੇ ਫਾਊਂਡ ਕੀਤਾ ਕਿ ਜਿਹੜਾ ਲੈਵਲ ਆਫ ਡਿਸਕ੍ਰਿਮੀਨੇਸ਼ਨ ਸੀ ਨਾ ਬਹੁਤ ਜ਼ਿਆਦਾ ਉੱਚਾ ਸੀਗਾ ਜਦੋਂ ਸਕੂਲ ਦੇ ਵਿੱਚ ਡਰੈਸ ਕੋਡ ਹੈ ਨਹੀਂ ਸੀਗਾ, ਪਰ ਜਦੋਂ ਡਰੈਸ ਕੋਡ ਕੰਪਲਸਰੀ ਹੋ ਗਿਆ ਨਾ ਤਾਂ ਡਿਸਕ੍ਰਿਮੀਨੇਸ਼ਨ ਹੈ ਜਿਹੜਾ ਉਹ ਡਾਊਨ ਹੋ ਗਿਆ। ਡਜ਼ ਦਾ ਮਤਲਬ ਹੈ ਜਦੋਂ ਤੁਸੀਂ ਇਫੈਕਟ ਦੱਸਦੇ ਹੋ ਕਿ ਇਹਦਾ ਰਿਜ਼ਲਟ ਕੀ ਨਿਕਲਦਾ ਹੈਗਾ, ਇਹਦਾ ਸਿੱਟਾ ਕੀ ਨਿਕਲਦਾ ਹੈ। ਡਜ਼ ਦਿਸ ਸੇਵਸ ਪੂਅਰ ਸਟੂਡੈਂਟਸ, ਇਹਨਾਂ ਨੇ ਪੂਅਰ ਸਟੂਡੈਂਟ ਨੂੰ ਬਚਾਇਆ ਫਰੋਮ ਬੁਲਿੰਗ ਔਰ ਪਾਰਸ਼ੈਲਿਟੀ। ਜਿਹੜੇ ਬੁਲਿੰਗ ਹੁੰਦੇ ਨਾ, ਜਿਹੜੇ ਜਵਾਕ ਦੂਜਿਆਂ ਨਾਲ ਧੱਕਾ ਕਰਦੇ ਨੇਗੇ, ਉਹਨਾਂ ਨੂੰ ਬੁਲਿੰਗ ਕਹਿੰਦੇ ਆ। ਤੇ ਜਿਹੜਾ ਪਾਰਸ਼ੈਲਿਟੀ ਹੁੰਦਾ ਹੈਗਾ ਕਿ ਜਿਵੇਂ ਆਪਾਂ ਕਹਿੰਦੇ ਆ ਉੱਚਾ ਨੀਵਾ, ਉਹ ਸਾਰੀ ਚੀਜ਼ ਨੂੰ ਬਚਾ ਲਿਆ ਇਹਨਾਂ ਨੇ। ਇਹ ਆਪਣੇ ਪੂਰੇ ਬਾਡੀ ਦੇ ਵਿੱਚ ਉਹਦਾ ਐਡਵਾਂਟੇਜ ਹੈ ਜਿਹੜਾ ਆਪਣੇ ਸ਼ੇਅਰ ਕੀਤਾ। ਇੱਕ ਸੈਕਿੰਡ, ਮੈਂ ਤੁਹਾਨੂੰ ਆ ਗਿਆ ਸਕਰੀਨ ਤੇ, ਲੋ ਜੀ ਮੈਂ ਤੁਹਾਨੂੰ ਦੇਣਾ ਚਾਂਸ। ਹਲੋ ਰਾਮ ਸਿੰਘ ਜੀ ਕਰੋ ਅਨਮਿਊਟ। ਯੈਸ ਸਰ। ਕੱਲ ਵਾਲੀ ਆਪਣੀ ਸੇਮ ਐਗਜ਼ਾਮਪਲ ਹੋ ਗਈ ਨਾ ਜਿਵੇਂ ਆਪਾਂ ਕਰ ਰਹੇ ਸੀਗੇ। ਹਾਂਜੀ ਸਰ। ਬਿਲਕੁਲ ਡਿਸਕ੍ਰਿਮੀਨੇਸ਼ਨ ਖਤਮ ਕਰ ਲਿਆ ਆਪਣੇ, ਇਹਦਾ ਫਾਇਦਾ ਹੈਗਾ ਡਰੈਸ ਦਾ। ਉਹੀ ਚਾਰ ਚੀਜ਼ਾਂ ਐਡ ਕਰਦੇ ਸਰ ਆਪਾਂ, ਟਾਸਕ ਸਟੇਟਮੈਂਟ ਐਡ ਕਰੀ, ਆਪਾਂ ਉਹ ਚੀਜ਼ ਦੱਸਦਾ ਕਿ ਭਾਈ ਮੈਂ ਇਹ ਚੀਜ਼ ਬਾਰੇ ਗੱਲ ਕਰੂੰਗਾ, ਉਹਨੂੰ ਐਕਸਪਲੇਨ ਕਰਿਆ, ਉਹਦੀ ਇੱਕ ਐਗਜ਼ਾਮਪਲ ਦਿੱਤੀ, ਉਹਦਾ ਰਿਜ਼ਲਟ ਕੱਢਤਾ, ਬਸ ਗੱਲ ਖਤਮ ਹੈ ਨਾ। ਕੋਈ ਵੀ ਡਾਊਟ ਹੈ ਰਾਮ ਸਿੰਘ ਜੀ ਤੁਸੀਂ ਪੁੱਛ ਸਕਦੇ ਹੋ ਮੇਥੋਂ। ਨਹੀਂ ਸਰ, ਪ੍ਰੋਪਰਲੀ ਐਕਸਪਲੇਨਡ ਹੋ ਗਿਆ ਸਭ। ਇਵਨ ਆਪਣੀ ਟਰਾਈ ਦੇ ਵਿੱਚ ਜਿਹੜੀਆਂ ਗਲਤੀਆਂ ਹੋਈਆਂ ਸੀ ਉਹ ਵੀ ਪਤਾ ਚੱਲ ਗਈਆਂ ਮੈਨੂੰ। ਬਿਲਕੁਲ ਜੀ ਬਿਲਕੁਲ, ਥੈਂਕ ਯੂ ਸਰ, ਥੈਂਕ ਯੂ। ਹਾਂ ਰਾਹੁਲ ਜੀ ਕੀ ਪੁੱਛਣਾ ਤੁਹਾਨੇ? ਸਰ ਜਿੱਦਾਂ ਇੱਕ ਮੇਰਾ ਕੁਐਸਚਨ ਹੈ ਕਿ ਜਿੱਦਾਂ ਅਸੀਂ ਐਂਡ ਵਾਲਾ ਆਇਆ ਉਹਦੇ ਅੰਦਰ ਅਸੀਂ ਐਡਵਾਂਟੇਜ ਦਿੱਤੀ ਹੈ, ਜਿੱਦਾਂ ਇੱਕ ਐਡਵਾਂਟੇਜ ਦਿੱਤੀ ਤੇ ਡਿਸਐਡਵਾਂਟੇਜ ਵੀ ਦੇ ਸਕਦੇ ਹਾਂ ਜਿੱਦਾਂ ਸਟਾਰਟਿੰਗ 'ਚ, ਜਿੱਦਾਂ ਇੱਕ ਟਾਸਕ ਸਟੇਟਮੈਂਟ ਦੇਤੀ ਡਿਸਐਡਵਾਂਟੇਜ ਦੀ ਤੇ ਦੂਜੀ ਇੱਕ ਐਡਵਾਂਟੇਜ ਦੀ ਦੇਤੀ, ਇੱਕ PP1 ਚ ਐਡਵਾਂਟੇਜ ਡਿਸਕ੍ਰਾਈਬ ਕਰਤਾ ਪੂਰਾ ਤੇ ਦੂਜੇ BP ਚ ਡਿਸਐਡਵਾਂਟੇਜ ਡਿਸਕ੍ਰਾਈਬ ਕਰਕੇ ਰਿਜ਼ਲਟ ਦੇਤਾ। ਨਹੀਂ ਕਰਾਂਗੇ, ਬਿਲਕੁਲ ਨਹੀਂ ਕਰਾਂਗੇ ਆਪਾਂ। ਪਰ ਜਿੱਦਾਂ ਇਹ ਸਟਾਰਟਿੰਗ ਚ ਲਿਖਿਆ ਨਾ ਕਿ देयर आर सम डिसमेरिट्स एंड मेरिट्स, ਉਹਦੀ ਜਗ੍ਹਾ ਹੀ ਕੱਲੀ ਇੱਕ ਇੱਕ ਦੇ ਸਕਦੇ ਆ ਕਿ ਜਿੱਦਾਂ ਇੱਕ ਐਡਵਾਂਟੇਜ ਹੈ ਇੱਕ ਡਿਸਐਡਵਾਂਟੇਜ ਹੈ। ਇੱਕ ਇੱਕ ਹੀ ਦੇਵਾਂਗੇ ਆਪਾਂ, ਪਰ ਆਪਾਂ ਨੇ ਉਹ ਚ ਟਾਸਕ ਸਟੇਟਮੈਂਟ ਚ ਦੋ ਚੀਜ਼ਾਂ ਬਾਰੇ ਦੱਸਿਆ ਨਾ ਵੀ ਡਿਸਿਪਲਿਨ ਵੀ ਹੁੰਦਾ ਇਹਦੇ ਨਾਲ, ਤੇ ਆਪਾਂ ਨੇ ਉਹ ਚ ਇਹ ਵੀ ਦੱਸਿਆ ਪੁੱਤ ਕਿ ਇਹਦੇ ਨਾਲ ਜਿਹੜਾ ਜਿਹੜਾ ਭੇਦਭਾਵ ਹੈ ਉਹ ਵੀ ਖਤਮ ਹੋ ਜਾਂਦਾ ਹੈਗਾ, ਇਕੁਐਲਿਟੀ ਵੀ ਆ ਜਾਂਦੀ ਹੁੰਦੀ ਹੈ, ਪਰ ਆਪਾਂ ਨੇ ਐਕਸਪਲੇਨ ਇੱਕ ਨੂੰ ਹੀ ਕਰਿਆ ਸੀਗਾ। ਠੀਕ ਹੈ ਸਰ। ਠੀਕ ਹੈ ਜੀ। ਹੁਣ ਆਪਣਾ ਜਿਹੜਾ ਬੋਡੀ ਪੈਰਾਗ੍ਰਾਫ 2 ਹੈ, ਮੈਥਡ ਸਾਰਾ ਸੇਮ ਹੈ, ਸਾਰੇ ਦਾ ਸਾਰਾ ਉਹੀ ਟਾਸਕ ਸਟੇਟਮੈਂਟ, ਉਹੀ ਐਕਸਪਲੇਨ, ਉਹੀ ਐਗਜ਼ਾਮਪਲ ਤੇ ਉਹੀ ਇਫੈਕਟ, ਤੇ ਬਸ ਇੰਨਾ ਕੁ ਦਿਮਾਗ ਲਾ ਕੇ ਚੱਲਿਓ, ਜੇ ਇਸ ਤਰੀਕੇ ਨਾਲ ਫੋਲੋ ਕਰੋਗੇ ਨਾ ਮੈਨੂੰ, ਤਾਂ ਮਿਨੀਮਮ 7 ਜੇ ਰਾਈਟਿੰਗ ਚੋਂ ਨਾ ਆਇਆ ਤੁਸੀਂ ਮੈਨੂੰ ਆ ਕੇ ਕਹੀਓ ਵੀ ਸਰ ਸਵਾਦ ਨਹੀਂ ਆਇਆ ਪੜ੍ਹਾਈ ਦਾ। ਪਰ ਦੇਖੋ ਲਿਖ ਕੇ ਤਾਂ ਤੁਸੀਂ ਆਉਣੇ ਨਾ ਉੱਥੇ, ਤੁਸੀਂ, ਮੈਂ ਤੁਹਾਨੂੰ ਹਰੇਕ ਬੱਚੇ ਨੂੰ ਇਹੀ ਚੀਜ਼ ਕਹਿਣਾ, ਮੈਂ ਜਸਟ ਤੁਹਾਨੂੰ ਸਮਝਾ ਸਕਦਾ, ਇਸ ਤੋਂ ਵੱਧ ਮੈਂ ਕੁਝ ਵੀ ਨਹੀਂ ਕਰ ਸਕਦਾ। ਪ੍ਰੈਕਟਿਸ ਤੁਹਾਡੀ ਹੈ। ਦੇਖੋ ਜੇ ਮੈਂ ਨਾ ਤੁਹਾਡੇ ਨਾਲ ਬਿਜ਼ਨਸ ਕਰਦਾ ਹੋਵਾਂ ਤਾਂ ਮੈਂ ਤੁਹਾਨੂੰ ਜਸਟ ਇੱਕ ਸੈਂਡ ਕਰਦਾ ਵੀ ਬੇਟਾ ਮੈਨੂੰ ਲਿਖ ਕੇ ਭੇਜ ਦਿਓ, ਤੇ ਮੈਂ ਟ੍ਰੇਨਰ ਨੂੰ ਕਹਿੰਦਾ ਵੀ ਚੈੱਕ ਕਰ ਦਿਓ, ਗੱਲ ਖਤਮ ਹੈ। ਮੈਂ ਤੁਹਾਨੂੰ ਇੱਕ ਇੱਕ ਅੱਖਰ ਕਲੀਅਰ ਨਾ ਕਰਵਾਵਾਂ। ਮੇਰੇ ਬਹੁਤ ਸੱਜਣ ਮਿੱਤਰ ਨੇਗੇ ਜਿਹੜੇ ਮੈਥੋਂ ਰੁੱਸੇ ਬੈਠੇ ਵੀ ਤੁਹਾਨੂੰ ਟਾਈਮ ਨਹੀਂ ਦਿੰਦਾ ਹੈਗਾ, ਕਿਉਂਕਿ ਮੈਂ ਬਹੁਤ ਬਿਜ਼ੀ ਹਾਂ ਆਪਣੇ ਕੰਮ ਦੇ ਵਿੱਚ, ਤੇ ਮੈਨੂੰ ਆਈ ਰੀਅਲੀ ਲਵ ਟੂ ਮੇਕ ਮਾਈਸੈਲਫ ਬਿਜ਼ੀ, ਤੇ ਮੈਨੂੰ ਤੁਹਾਡੇ ਤੋਂ ਐਨਰਜੀ ਮਿਲਦੀ ਆ, ਤੁਹਾਡੇ ਚਿਹਰਿਆਂ ਤੋਂ ਐਨਰਜੀ ਮਿਲਦੀ ਹੈ, ਤੇ ਮੈਨੂੰ ਮਿਲਣੀ ਵੀ ਚਾਹੀਦੀ ਆ। ਆਪਾਂ ਬੋਡੀ 2 ਨੂੰ ਸ਼ੁਰੂ ਕਰਦੇ ਹਾਂ, ਫਿਰ ਆਪਾਂ ਅੱਗੇ ਦੇਖਦੇ ਹਾਂ, ਠੀਕ ਆ। ਸੋ ਹੁਣ ਡੈਫੀਨੇਟਲੀ ਇੱਕ ਗੱਲ ਹੋਰ ਹੈ, ਮੈਂ ਅੱਜ ਦੇਖਿਆ ਹੈਗਾ ਕਿ ਆ ਜਿਹੜਾ ਮਿਊਟ ਵਾਲਾ ਸਿਸਟਮ ਹੈ ਬੜਾ ਵਧੀਆ, ਤੇ ਅੱਧਿਆਂ ਨੇ ਨਾ ਅੰਦਰ ਉਬਾਲ ਉੱਠ ਰਹੇ ਹੁੰਦੇ ਨੇ, ਉੱਤੇ ਨਾ ਮੈਸੇਜ ਆ ਰਹੇ 24 ਮੈਸੇਜ 25 ਮੈਸੇਜ 26 ਮੈਸੇਜ 27 ਮੈਸੇਜ। ਆਰਾਮ ਨਾਲ ਠੰਡੇ ਚੱਲੋ, ਠੰਡੇ ਜਹਾਜ਼ ਸਾਰਿਆਂ ਦਾ ਖੜਾ ਹੈ, ਇੱਕੋ ਵਾਰ ਚ ਭਰ ਕੇ ਲੈ ਜਾਾਂਗੇ, ਬਾਰ-ਬਾਰ ਨਾਲੋਂ, ਹਨਾ। ਚਲੋ ਆ ਜਾਓ BP2 ਦੇਖ ਰਹੇ ਆਪਾਂ, ਸਕਰੀਨ ਕਰਦਾ ਸ਼ੇਅਰ ਮੈਂ ਤੁਹਾਡੇ ਨਾਲ। ਦੇਖੋ BP2 ਨੂੰ ਮੇਰੇ ਲਿਖਣ ਦਾ ਸਟਾਈਲ ਕੀ ਸੀਗਾ, ਹੁਣ ਮੈਂ ਤਾਂ ਉਲਟ ਦੱਸੂਗਾ, ਇੱਕ ਡਰੈਸ ਕੋਡ ਦਾ ਡਿਸਐਡਵਾਂਟੇਜ ਵੀ ਦੱਸੂਗਾ। ਔਰ ਸੱਚੀ ਦੱਸਾਂ, ਮੈਂ ਬਾਏ ਗॉड ਤੁਹਾਨੂੰ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ, ਅੱਜ ਮੈਂ ਆਪਣੀ ਅਕੈਡਮੀ 'ਚ ਪੜ੍ਹਾ ਰਿਹਾ, ਤੇ ਬੱਚਿਆਂ ਦੀ ਜਿਹੇ ਜੀ ਸੋਚ ਉਹੀ ਜਿਹੇ ਆਈਡੀਆਜ਼, ਐਡਵਾਂਟੇਜ ਤਾਂ ਸਾਰੇ ਨੇ ਵਧੀਆ ਵਧੀਆ ਰਸਤੇ, ਮੈਂ ਕਿਹਾ ਵੀ ਡਰੈਸ ਕੋਡ ਦਾ ਡਿਸਐਡਵਾਂਟੇਜ, ਇੱਕ ਕਹਿੰਦੇ ਵੀ ਸਰ ਟਾਈਟ ਟਾਈਟ ਸਾ ਲੱਗਦਾ ਹੈ, ਮੈਂ ਕਿਹਾ ਵੀ ਟਾਈਟ ਤਾਂ ਤੁਸੀਂ ਹੋਰ ਕੱਪੜੇ ਵੀ ਹੁੰਦੇ ਨੇ, ਇੱਕ सर कई बार मेरी मम्मी ड्रेस धोंदी नहीं हैगी, हमारे पास एको ड्रेस है धोती नहीं जाती, कहना मैं क्या तू गरीबां वाली सोचो, गरीबा
ਮਤਲਬ ਹਰੇਕ ਬੰਦੇ ਦੀ ਆਪਣੀ ਇੱਕ ਮੈਂਟੈਲਿਟੀ ਹੈ। ਪਰ ਮੈਨੇ ਇਸ ਦੇ ਵਿੱਚ ਪਤਾ ਕੀ ਲਿਖਿਆ, ਜਿਹੜਾ BP2 ਦਾ ਮੈਨੇ ਇਹਦਾ ਡਰੈਸ ਦਾ ਡਿਸਐਡਵਾਂਟੇਜ ਹਿੱਸਾ, ਕਿ ਕਈ ਬੱਚੇ ਐਵੇਂ ਦੇ ਨੇ ਜਿਨ੍ਹਾਂ 'ਚ ਸਕਿੱਲ ਹੋਰ ਹੈ। ਮਤਲਬ ਕਿ ਜਿਵੇਂ ਆਪਣੀ ਕੱਲ ਮਨਮੀਤ ਮੈਮ ਨੇ ਸਾਡੇ ਨਾਲ ਗੱਲ ਕਰਦੇ ਹੋਏ ਦੱਸਿਆ ਸੀਗਾ ਕਿ ਕਈ ਬੱਚੇ ਜਿਵੇਂ ਸਚਿਨ ਤੰਦੂਲਕਰ ਦੀ ਇੱਕ ਐਗਜ਼ਾਮਪਲ, ਹੁਣ ਜਿਹੜਾ ਬਹੁਤ ਆਪਣੇ ਸਕੂਲ 'ਚ ਜਿੰਨੇ ਸਾਰੇ ਮੇਰੇ ਸਾਹਮਣੇ ਸਕਰੀਨ ਤੇ ਬੈਠੇ ਹੋ, ਆਪਾਂ ਜਦੋਂ ਫਿਜ਼ੀਕਲ ਦਾ ਪੀਰੀਅਡ ਆਉਂਦਾ ਸੀਗਾ ਆਪਾਂ ਉਹੀ ਡਰੈਸ 'ਚ ਭੱਜ ਜਾਂਦੇ। ਕੋਈ ਆਪਾਂ ਨੂੰ ਐ ਥੋੜੀ ਸੀ ਸਪੈਸ਼ਲ ਵੀ ਜਿਵੇਂ ਰਾਮ ਸਿੰਘ ਜੀ ਬਹੁਤ ਅੱਛਾ ਕ੍ਰਿਕਟ ਖੇਡਦੇ, ਇਹਨਾਂ ਨੂੰ ਅੱਛੀ ਕ੍ਰਿਕਟ ਵਾਲੀ ਡਰੈਸ, ਜਾਂ ਰਮਨ ਮੈਂ ਬਹੁਤ ਵਧੀਆ ਸਵਿਮਰ, ਇੱਕੋ ਡਰੈਸ ਉਸੇ ਨੂੰ ਮੇਰੇ ਤਾਂ ਸ਼ੂ 'ਚ ਰੇਤਾ ਭਰ ਜਾਇਆ ਕਰਦਾ ਬੁਰਾ ਹਾਲ, ਹਨਾ, ਔਰ ਘਰੋਂ ਗਾਲਾਂ ਅੱਡ, ਹਨਾ। ਚਲੋ ਆਜੋ ਹੁਣ ਆਪਾਂ ਡੀਕ ਕਰਦੇ ਹਾਂ ਤੁਹਾਡੇ BP2 ਦੀ, ਇਹਦੇ ਡਿਸਐਡਵਾਂਟੇਜ। ਉਹੀ 4 ਚੀਜ਼ਾਂ ਲਈਆਂ ਮੈਨੇ ਤੇ ਇਹਨੂੰ ਮੈਂ ਤੁਹਾਨੂੰ ਸ਼ੋਅ ਕਰਦਾ ਪੁੱਤ। further moving towards disadvantages that it ਕੀ ਕਰਦਾ ਇਹ suppresses ਹੁੰਦਾ ਹੈ ਕਿ ਕਿਸੇ ਚੀਜ਼ ਨੂੰ ਪ੍ਰੈਸ ਕਰਨਾ, ਖਤਮ ਕਰਨਾ, suppresses the child's creativity। ਮਤਲਬ ਜਿਹੜੀ ਡਰੈਸ ਹੈ ਨਾ ਉਹ ਬੱਚੇ ਦੀ ਕ੍ਰੀਏਟੀਵਿਟੀ ਨੂੰ ਖਤਮ ਕਰ ਦਿੰਦੀ ਹੈ। ਕ੍ਰੀਏਟੀਵਿਟੀ ਨੂੰ ਖਤਮ ਕਰਨ ਦਾ ਮਤਲਬ ਸਮਝਦੇ ਹੋ ਕਿ ਉਹਦੇ ਅੰਦਰ ਬੜਾ ਕੀੜਾ ਹੁੰਦਾ ਹੈ, ਜਾਂ ਕੋਈ ਵੀ ਚੀਜ਼ ਉੱਚ ਜਿੰਨੇ ਉਹਨੂੰ ਕ੍ਰੀਏਟੀਵਿਟੀ ਕਰਨ ਦੀਆਂ ਚੀਜ਼ਾਂ ਹੁੰਦੀਆਂ ਨੇਗੀਆਂ, ਜਿਹੜੀ ਡਰੈਸ ਹੈ ਬੱਚੇ ਉਹ ਉਹਨੂੰ ਖਤਮ ਕਰ ਦਿੰਦੀ ਹੈ। ਟੂ ਇਲੈਬੋਰੇਟ ਇਟ, ਹੁਣ ਬਹੁਤ ਕਹਿਣਗੇ ਸਰ ਐਵੇਂ ਕਿਵੇਂ ਖਤਮ ਕਰ ਦਿੰਦੀ ਬੱਚੇ ਦੀ ਕ੍ਰੀਏਟੀਵਿਟੀ ਨੂੰ, ਮੈਂ ਐਕਸਪਲੇਨ ਵੀ ਕਰਦਾ। ਟੂ ਇਲੈਬੋਰੇਟ ਇਟ, ਸਕੂਲ ਯੂਨੀਫਾਰਮ ਕ੍ਰੀਏਟਸ ਡਿਸਕੰਫਰਟ ਇਨ ਮੈਨੀ ਫੀਲਡਸ ਲਾਈਕ ਸਪੋਰਟਸ। ਜਿਹੜੀ ਸਕੂਲ ਯੂਨੀਫਾਰਮ ਹੈ ਨਾ ਪੁੱਤ, ਇਹ ਬਹੁਤ ਸਾਰੇ ਲੋਕਾਂ ਨੂੰ ਡਿਸਕੰਫਰਟ ਫੀਲ ਕਰਦੇ ਆ, ਜਿਵੇਂ ਕਿ ਸਪੋਰਟਸਮੈਨ ਨੇ। ਹੁਣ ਉਹਨਾਂ ਨੂੰ ਯਾਰ ਤੁਸੀਂ, ਤੁਹਾਡੇ ਚੋਂ ਬਹੁਤ ਸਾਰੇ ਬੱਚੇ ਐਵੇਂ ਦੇ ਹੋਣਗੇ ਜਦੋਂ ਸਕੂਲ ਚੋਂ ਛੁੱਟੀ ਹੁੰਦੀ ਹੋਵੇ ਨਾ, ਨਾਲ ਦੀ ਨਾਲ ਰਾਹ ਚ ਆਉਂਦੇ ਟਾਈ ਨੂੰ ਲਾ ਦਿੰਦੇ ਹੋਣੇ, ਹਨਾ। ਕਹਿਣ ਦਾ ਮਤਲਬ ਕੀ ਹੈ ਕਿ ਸਕੂਲ ਦੀ ਯੂਨੀਫਾਰਮ ਹੈ ਜਿਹੜੀ ਉਹ ਇੱਕ ਡਿਸਕੰਫਰਟ ਵੀ ਦਿੰਦੀ ਰਹਿੰਦੀ ਸੀਗੀ। when sports person play any activity while wearing uniform, then they face many kinds of adversities ਹੁੰਦੇ ਨੇ problem, which make them deprive ਹੁੰਦਾ ਕਿਸੇ ਚੀਜ਼ ਤੋਂ ਵਾਂਝਾ ਰਹਿਣਾ, ਕਿਸੇ ਚੀਜ਼ ਦਾ ਨਾ ਮਿਲਣਾ, deprives of achieving their goals। ਮਤਲਬ ਸਾਰੇ ਦੇ ਵਿੱਚ ਮੈਨੇ ਇਹੀ ਗੱਲ ਕਹਿਣ ਦੀ ਕੋਸ਼ਿਸ਼ ਕਰੀ ਹੈ ਕਿ ਜਿਹੜੇ ਬੰਦੇ ਸਪੋਰਟਸਮੈਨ ਨੇਗੇ ਉਹਨਾਂ ਨੂੰ ਜਿਹੜੀ ਡਰੈਸ ਹੈਗੀ ਇਹ ਟਫ ਹੈਗੀ, ਕਿਉਂਕਿ ਜਿਹੜੀਆਂ ਐਕਟੀਵਿਟੀਜ਼ ਜਿਹੜੇ ਕੰਮ ਉਹਨਾਂ ਨੇ ਕਰਨੇ ਨੇਗੇ ਉਹ ਡਰੈਸ ਪਾ ਕੇ ਨਹੀਂ ਕਰ ਸਕਦੇ ਹੈਗੇ, ਉਹ ਅੱਛੇ ਤਰੀਕੇ ਨਾਲ ਆਪਣੀ ਪਰਫਾਰਮੈਂਸ ਨੂੰ ਦੇ ਨਹੀਂ ਸਕਦੇ ਹੈਗੇ। ਤਾਂ ਸਭ ਤੋਂ ਆਪਾਂ ਨੇ ਕੀ ਕੀਤਾ, ਸਭ ਤੋਂ ਪਹਿਲਾਂ ਉਹਨੂੰ ਟਾਸਕ ਸਟੇਟਮੈਂਟ ਦਿੱਤੀ ਕਿ ਬੱਚੇ ਦੀ ਕ੍ਰੀਏਟੀਵਿਟੀ ਨੂੰ ਖਤਮ ਕਰਦੀ ਹੈ ਡਰੈਸ। ਐਕਸਪਲੇਨ ਕਰਤਾ ਵੀ ਜਿਵੇਂ ਸਪੋਰਟਸਮੈਨ ਨੇ ਭਰਾਵਾ ਉਹਨਾਂ ਨੂੰ ਬਹੁਤ ਔਖਾ ਹੁੰਦਾ ਹੈ, ਇਸ ਕਰਕੇ ਉਹ ਆਪਣੀ ਅੱਛੇ ਤਰੀਕੇ ਨਾਲ ਆਪਣੀ ਪਰਫਾਰਮੈਂਸ ਨੂੰ ਦੇ ਨਹੀਂ ਸਕਦੇ ਕਿਉਂਕਿ ਉਹ ਡਰੈਸ ਦੇ ਵਿੱਚ ਬੰਨੇ ਹੁੰਦੇ ਨੇ। ਹੁਣ ਮੰਨ ਕੇ ਚਲੋ ਇੱਕ ਬੱਚਾ ਸਕੂਲ 'ਚ ਪੇਂਟਰ ਹੈ, ਪੇਂਟ ਦਾ ਉਹ ਹੁੰਦਾ ਆਪਣਾ ਪੀਰੀਅਡ ਹੁੰਦਾ, ਮੰਨ ਲਓ ਪੇਂਟਿੰਗ ਦਾ। ਹੁਣ ਜੇ ਤਾਂ ਬੱਚਾ ਵਾਈਟ ਡਰੈਸ ਪਾਈ ਬੈਠਾ, ਟਾਈ ਟੂਈ ਲਾਈ ਬੈਠਾ ਤੇ ਉਹ ਪੇਂਟ ਤੋਂ ਡਰਦਾ ਪੇਂਟ ਕਰੂਗਾ ਨਾ ਕਿਤੇ ਵੀ, ਮੇਰੇ ਕਿਤੇ ਛੋਟੇ ਇਹ ਤਾਂ ਆਪਣੇ ਟੈਲੀਵਿਜ਼ਨ ਤੇ ਐਡ ਹੀ ਵਧੀਆ ਲੱਗਦੀ ਹੈ, ਦਾਗ ਅੱਛੇ ਹੈ, ਠੀਕ ਹੈ ਨਾ। ਇਹਦਾ ਜਦੋਂ ਆਪਣੀ ਬੇਬੇ ਤਸੱਲੀ ਕਰਾਉਂਦੀ ਨਾ ਵੀ ਦਾਗ ਦਾ, ਫਿਰ ਅੱਛੇ ਪੂਰੇ ਕਰੀ ਦਿੰਦੀ ਹੈ ਉਹ, ਹਨਾ। ਤਾਂ ਕਹਿਣ ਦਾ ਮਤਲਬ ਕੀ ਹੈ ਕਿ ਹੁਣ ਉਹ ਡਰਦਾ ਪੇਂਟ ਕਰ ਦੇਗਾ ਤਾਂ ਡੈਫੀਨੇਟਲੀ ਕੀ ਹੋ ਗਿਆ, ਉਹ ਆਪਣੀ ਪਰਫਾਰਮੈਂਸ ਨੂੰ ਫਲੈਕਸੀਬਲ ਤਰੀਕੇ ਨਾਲ ਅੱਛੇ ਤਰੀਕੇ ਨਾਲ ਕਰ ਨਹੀਂ ਸਕਦਾ ਹੈਗਾ, ਕਿਉਂਕਿ ਉਹਦੇ ਮਨ 'ਚ ਉਹ ਕੰਫਰਟ ਜ਼ੋਨ ਨਹੀਂ ਹੈਗਾ, ਡਰੈਸ ਨੇ ਉਹਨੂੰ ਬੰਨਿਆ ਹੋਇਆ। ਆਪਾਂ ਇੱਕ ਐਗਜ਼ਾਮਪਲ ਦੇਖਦੇ ਹਾਂ ਵੀ ਆਪਾਂ ਨੇ ਐਗਜ਼ਾਮਪਲ ਕੀ ਐਡ ਕਰੀ ਵੀ ਡਰੈਸ ਦਾ ਨੁਕਸਾਨ ਕੀ ਹੈ ਤੇ ਮੈਂ ਕਹੀ ਜੀ ਟੌਪ ਕਰੀ ਉਹ 'ਚ। ਕਹਿੰਦਾ ਫॉर ਇੰਸਟੈਂਸ, ਤੇ ਇੱਕ ਮੈਂ ਤੁਹਾਨੂੰ ਦੱਸਿਆ ਨਾ ਪਹਿਲੇ 'ਚ ਆਪਾਂ ਨੇ ਲਿਖਤਾ ਫॉर ਐਗਜ਼ਾਮਪਲ ਤੇ ਹੁਣ ਮੈंने ਲਿਖਤਾ ਫॉर ਇੰਸਟੈਂਸ, ਤੇ ਵਰਡਸ ਨੂੰ ਨਾ ਬਦਲ ਕੇ ਲਿਖਿਆ ਕਰੋ ਤੇ ਇਹਦੇ ਨਾਲ ਤੁਹਾਡਾ ਸਕੋਰ ਹੈ ਜਿਹੜਾ ਉਹ ਬੜਾ ਜ਼ਿਆਦਾ ਵਧੀਆ ਬਣਦਾ ਹੁੰਦਾ ਹੈਗਾ। मैं लिखा फॉर इंस्टेंस ब्रिटिश ब्रॉडकास्टिंग कॉरपोरेशन, एक चैनल है BBC, शायद नाम सुने ही होगा तुमने, ते BBC चैनल है ना जिहड़ा पुੱਤ ਉਹ ਕਹਿੰਦਾ ਵੀ ਉਹਨਾਂ ਨੇ ਇੱਕ ਬ੍ਰੌਡਕਾਸਟ ਉਹਦਾ ਫੁੱਲ ਫਾਰਮ ਹੈ ਤੇ ਅੱਜ ਲਿਖ ਲਿਓ ਤੇ ਕਿਸੇ ਨਾ ਕਿਸੇ ਐਸੇ ਦੇ ਵਿੱਚ ਤੁਸੀਂ ਐਡ ਕਰ ਸਕਦੇ ਹੋ ਦੀ ਫੁੱਲ ਫਾਰਮ ਨੂੰ, ਤੇ ਲਗਭਗ ਐਗਜ਼ਾਮਪਲ ਆਪਾਂ ਸ਼ੋਰ ਕਰ ਹੀ ਦਿੰਨੇ ਹੁੰਨੇ ਆਗੇ, ਠੀਕ ਆ। ਕਹਿੰਦਾ फॉर एग्जाम्पल ब्रिटिश ब्रॉडकास्टिंग कॉरपोरेशन, इन ब्रैकेट में मैंने BBC पाता, न्यूज चैनल
रिवील करना, शो करना that 73% of athletes, 73% ਜਿਹੜੇ ਐਥਲੀਟ ਨੇ were uncomfortable in wearing uniform in Vietnam। ਬਿਲਕੁਲ। ਹੁਣ ਚਾਹੇ ਤੁਸੀਂ ਆਪਣੀ ਮਰਜ਼ੀ ਨਾਲ ਤੁਸੀਂ ਜੋ ਮਰਜ਼ੀ ਕਰ ਸਕਦੇ ਹੋ ਯਾਰ, ਤੁਸੀਂ ਉਹਦੀ ਜਗ੍ਹਾ ਤੇ ਇਹ ਵੀ ਲਿਖ ਸਕਦੇ ਸੀਗੇ ਕਿ BBC ਨੇ ਕਿਹਾ ਕਿ 53% ਜਿਹੜੇ ਐਥਲੀਟ ਨੇ ਉਹ ਅਨਕੰਫਰਟੇਬਲ ਸੀਗੇ ਵੀਅਰਿੰਗ ਯੂਨੀਫਾਰਮ ਇਨ ਕੈਨੇਡਾ, ਇਨ ਆਸਟ੍ਰੇਲੀਆ, ਇਨ ਡੈਂਡੇਨੋਂਗ। ਤੁਹਾਡੀ ਆਪਣੀ ਮਰਜ਼ੀ ਹੈ ਤੁਸੀਂ ਉਹਨੂੰ ਕਿੱਥੇ ਯੂਜ਼ ਕਰਨਾ ਹੈਗਾ। ਠੀਕ ਹੈ। ਐਜ਼ ਅ ਰਿਜ਼ਲਟ, ਇਹਦਾ ਰਿਜ਼ਲਟ ਕੀ ਨਿਕਲਦਾ ਹੈਗਾ, children cannot be successful, ਜਿਹੜੇ children ਨੇ ਉਹ cannot be successful in creating something new। ਤਾਂ ਫਿਰ ਇਹਦਾ ਰਿਜ਼ਲਟ ਇਹ ਨਿਕਲਿਆ ਕਿ ਜਿਹੜੇ ਬੱਚੇ ਨੇਗੇ ਉਹ ਕੁਝ ਨਵਾਂ ਨਹੀਂ ਕਰ ਸਕਦੇ, ਮਤਲਬ ਕਿ ਕੁਝ ਨਵਾਂ ਨਾ ਕਰਨ ਦੀ ਉਹਨਾਂ ਦੇ ਵਿੱਚ ਕੀ ਹੈਗੀ ਪਾਵਰ ਹੈ ਜਿਹੜੀ ਉਹ ਖਤਮ ਹੋ ਜਾਂਦੀ ਹੈਗੀ। ਹਾਂਜੀ कोई डाउट? कंक्लूजन जो लिखा BP1 च, जो लिखा BP2 च, आपां ओही मेंशन करांगे कंक्लूजन दे विच। हुण मैं तुहानूं दिखाउणा। हाँ जी रितु शर्मा क्या कहना चाहुंदे हो? कुआरी ज्योति जी नूं हाँ जी पूछ सकदे हो। हेलो सर। हाँ जी बोलो बोलो बोलो। ਸਰ ਜਿਹੜਾ ਸੈਕਿੰਡ ਪੀਪੀ ਸੀ ਨਾ, ਮਤਲਬ ਮੈਂ ਉਹਦੇ ਵਿੱਚ ਉਹ ਵਾਲੀ ਐਗਜ਼ਾਮਪਲ ਐਡ ਕੀਤੀ ਸੀਗੀ ਧੋਨੀ ਵਾਲੀ, ਮਤਲਬ ਵੀ ਉਹ ਆਪਣਾ ਜਿਹੜਾ ਟਰਾਊਜ਼ਰ ਸੀਗਾ ਮਤਲਬ ਵੀ ਉਹ ਨਾਲ ਲੈ ਕੇ ਜਾਂਦਾ ਸੀਗਾ। ਤੇ ਸਰ ਮਤਲਬ ਏਦਾਂ ਦੀ ਐਗਜ਼ਾਮਪਲ ਕਰ ਸਕਦੇ ਵੀ ਮਤਲਬ ਉਹ ਆਪਦੇ ਆਪ ਨੂੰ ਯੂਨੀਫਾਰਮ ਚ। ਮੈਂ ਤੁਹਾਨੂੰ ਦੱਸਾਂ ਤੁਹਾਡਾ ਟੇਸਟ ਹੈ ਜਿਹੜਾ ਡਿਵੈਲਪ ਅੱਛੇ ਲੈਵਲ ਦਾ ਹੋਣਾ ਚਾਹੀਦਾ। ਤੁਹਾਡੀ ਐਗਜ਼ਾਮਪਲ ਹੈ ਜਿਹੜੀ ਉਹ ਫੀਲ ਹੋਵੇ ਐਗਜ਼ਾਮੀਨਰ ਨੂੰ ਵੀ ਹਾਂ ਇਹ ਰਿਐਲਿਟੀ ਬੇਸਡ ਟਾਕ ਹੈਗੀ। ਤਾਂ ਜ਼ਰੂਰੀ ਨਹੀਂ ਹੈਗਾ ਕਿ ਬਹੁਤ ਸਾਰੇ ਲੋਕਾਂ ਨੇ ਧੋਨੀ ਬਾਰੇ ਸੁਣਿਆ ਵੀ ਹੋਊਗਾ, ਮੈਂ ਕਹਿੰਦਾ ਵੀ ਬਹੁਤ ਮਸ਼ਹੂਰ ਹੈ ਪਰ ਇੰਨਾ ਵੀ ਨਹੀਂ ਹੈਗਾ ਕਿ ਆਪਾਂ ਸਮਝਦਾ ਤੁਸੀਂ ਮੈਂ ਕੀ ਕਹਿਣਾ ਚਾਹ ਰਿਹਾ। ਠੀਕ ਹੈ ਨਾ। ਤੇ ਆਪਾਂ ਉਹਦੇ ਟਰਾਊਜ਼ਰ ਵਗੈਰਾ ਦੀਆਂ ਇਹ ਟਾਕ ਨਹੀਂ ਕਰ ਸਕਦੇ, ਥੋੜਾ ਚੀਪ ਜੀ ਹੋ ਜੂਗੀ ਗੱਲ। ਜੀ ਠੀਕ ਹੈ। ਹਾਂਜੀ कंक्लूजन देखिए ज्योति। हाँ जी पूछना तुसी कुछ? हेलो हाँ जी हाँ जी ਸਰ ਤੁਸੀਂ ਹੁਣੇ ਲਿਖਵਾਇਆ ਨਾ ਤੇ ਬ੍ਰਿਟਿਸ਼ ਬ੍ਰੌਡਕਾਸਟਿੰਗ ਚੈਨਲ ਦੈਨ ਬ੍ਰੈਕਟ ਦੇ ਵਿੱਚ BBC, ਜਿਹੜਾ BBC ਵਰਡ ਹੈ ਇਸ ਨੂੰ ਇਨਕਲੂਡ ਕੀਤਾ ਜਾਏਗਾ 250 ਵਰਡਸ ਦੇ ਵਿੱਚ? ਇਹ ਕਰਿਆ ਜਾਊਗਾ ਜੀ, ਐਬਰੀਵੇਸ਼ਨ ਹੈ ਇਹ। ਐਬਰੀਵੇਸ਼ਨ ਇਨਕਲੂਡ ਹੁੰਦੀ ਹੈ हाँ ਵਰਡਸ जी ਦੇ? बिल्कुल होगा। ਤੇ ਜਿਹੜੀ ਮੈਨੂੰ ਇੱਕ ਡਾਊਟ ਹੈ, ਜਿਹੜੀ ਪ੍ਰੈਪੋਜੀਸ਼ਨ ਉਸ ਨੂੰ ਨਹੀਂ ਕਵਰ ਕਰਦੇ 250 ਨਹੀਂ ਵਰਡਸ ਪ੍ਰੈਪੋਜੀਸ਼ਨ ਕਾਊਂਟ ਨਹੀਂ ਹੁੰਦੇ ਜੀ। ਮੈਂ ਤੁਹਾਨੂੰ ਇਹ ਵੀ ਗੱਲ ਸੁਣੋ, ਜਿੰਨੇ ਵੀ ਬੱਚੇ ਬੈਠੇ ਹੋ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਕਨਫਰਮ ਵੀ ਕਰ ਦੂੰਗਾ ਕਿ ਕਿਹੜੀ ਚੀਜ਼ ਕਾਊਂਟ ਹੁੰਦੀ ਹੈ, ਕਿਹੜੇ ਕਿਹੜੇ ਵਰਡਸ ਨਹੀਂ ਕਾਊਂਟ ਹੁੰਦੇ। ਮੈਂ ਤੁਹਾਨੂੰ ਇਹਦੀ ਵੀਡੀਓ ਬਣਾ ਕੇ ਦੇ ਦੂੰਗਾ ਇੱਕ। ਇਟ ਵੁੱਡ ਟੇਕ ਟਾਈਮ। ਇੱਕ ਸੈਕਿੰਡ, ਥੈਂਕ ਯੂ सर। हाँ जी हाँ जी। टोटल नंबर ऑफ एडवांटेजेस और डिसएडवांटेजेस कितनी है? 1 डालनी है ना BP1 और BP2 में? बिल्कुल जी बिल्कुल, क्योंकि फिर पर अपनी आपने भी टप जाएगी ना जी। पर आपने एडवांटेजेस तो 2 डाली थी शायद से। कहाँ डाली है चेक करो। हाँ जी साहब मैंने सर जी अगर आप VP2 एग्जांपल नहीं ऐड करते तो VP2 इनकम्प्लीट होएगा अपना। BP हाँ जी पर लेंथ छोटी हो जाएगी ना, फिर ਤੁਹਾਨੂੰ ਇਹਦਾ ਸਕੋਰ ਆਏਗਾ ਜੈਸਾ ਤੁਸੀਂ लेंथ ਤਾਂ ਲੰਬੀ ਕੀਤੀ ਹੈ ਕਿ एटलीस्ट हाफ पेज कवर करता, फिर अगर आप BP2 एग्जांपल नहीं देते फिर भी इनकम्प्लीट बनना जाएगा। ਇਨਕੰਪਲੀਟ ਤਾਂ ਇਹ ਹੈ ਜੀ, ਤੁਸੀਂ ਐਪਰੋਪ੍ਰੀਏਟ ਐਸੇ ਨੂੰ ਜੇ ਆਪਾਂ ਵਧੀਆ ਤਰੀਕੇ ਨਾਲ ਲਿਖਣਾ ਤਾਂ ਤੁਸੀਂ ਐਡ ਕਰ ਦਿਓ, ਜੇ ਨਹੀਂ ਐਡ ਕਰੋ ਫਿਰ ਉਹਵੇਂ ਦਾ ਸਕੋਰ ਦੇ ਦੇਣਗੇ ਅਗਲੇ। ਸਰ ਜੀ ਜਿੱਦਾਂ ਅਸੀਂ ਕਿਉਂ ਕਹਿੰਦੇ ਆ ਡਿਸਐਡਵਾਂਟੇਜ ਅਸੀਂ 2 ਦੇ ਕੇ ਉਹਨਾਂ ਚੋਂ ਇੱਕ ਐਕਸਪਲੇਨ ਕਰ ਸਕਦੇ ਕਿ ਜਿੱਦਾਂ ਦੋਨਾਂ ਦੇ ਪੁਆਇੰਟ ਇਲੈਬੋਰੇਟ ਕਰ ਸਕਦੇ ਆ। ਦੁਬਾਰਾ ਐਕਸਪਲੇਨ ਕਰਿਓ। ਜਿੱਦਾਂ ਡਿਸਐਡਵਾਂਟੇਜ ਅਸੀਂ 2 ਪੁਆਇੰਟ ਦੇਤੇ ਕਿ 2 ਡਿਸਐਡਵਾਂਟੇਜ ਹੈਗਾ, ਜੇ ਅਸੀਂ ਉਹ ਦੋਨਾਂ ਦੇ ਥੋੜੇ ਥੋੜੇ ਇਲੈਬੋਰੇਟ ਕਰਕੇ ਇੱਕ ਦੀ ਐਗਜ਼ਾਮਪਲ ਦੇ ਦਈਏ ਤੇ ਸਹੀ ਹੋਊਗਾ। ਐ ਨਾ ਕਰੋ ਤੁਸੀਂ, ਪਤਾ ਕੀ ਚੱਕਰ ਹੈ, ਮੈਂ ਇਹ ਚਾਹੁੰਦਾ ਕਿ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਦੋਨੇ ਆਪਾਂ ਕਿਉਂ ਨਾ ਐਗਜ਼ਾਮਪਲ ਦਈਏ, ਹਨਾ।
मैं चाਹੁੰਦਾ कि ਤੁਸੀਂ ਜੇ ਸਿਸਟਮੈਟਿਕਲੀ ਚੱਲੋਗੇ ਤਾਂ ਬਹੁਤ ਵਧੀਆ ਚੱਲੋਗੇ। ਸਾਹਿਬ ਹੈਗੀ ਇਸ ਟਾਈਮ ਇੱਥੇ? ਸਾਹਿਬ ਕਲਾਸ 'ਚ ਹੈਗੇ ਤੁਸੀਂ? ਆਰ ਯੂ ਇਨ ਕਲਾਸ ਸਾਹਿਬ? ਨਹੀਂ ਹੈਗੇ ਹਾਂ, ਚਲੋ ਇਟਸ ਓਕੇ। ਇੱਕ ਵਾਰ ਕੰਕਲੂਜਨ ਕਰਾਵਾਂ ਫਿਰ ਆਪਾਂ ਕਰ ਦੇਂਗੇ, ਠੀਕ ਹੈ? In conclusion, although wearing school uniform can be advantages as it allows to diminish the diminish ਹੁੰਦਾ ਹੈ ਕਿਸੇ ਚੀਜ਼ ਨੂੰ ਖਤਮ ਕਰਨਾ, diminish the social and economic divides। ਕਹਿੰਦਾ ਇਹਦਾ ਐਡਵਾਂਟੇਜ ਇਹ ਹੈ ਕਿ ਇਹ ਡਿਮਿਨਿਸ਼ ਕਰਦਾ ਹੈ ਸੋਸ਼ਲ ਤੇ ਇਕਨੋਮਿਕ ਡਿਵਾਈਡਸ ਨੂੰ। yet ਫਿਰ ਵੀ it should not be forgotten that ਇਹ ਚੀਜ਼ ਨਹੀਂ ਭੁੱਲਣੀ ਚਾਹੀਦੀ, it limits the creativity of young mind। ਪਰ ਇਹ young mind ਦੀ creativity ਨੂੰ ਇੱਕ ਲਿਮਿਟ 'ਚ ਕਰ ਦਿੰਦਾ ਹੈ by discomforting them, ਉਹਨਾਂ ਨੂੰ discomfort ਕਰਦਾ ਹੋਇਆ। that's it। ਹੁਣ ਇੱਕ ਕੰਮ ਹੋਰ ਕਰਦੇ ਆਪਾਂ, just wait, मैं स्टॉप करा स्क्रीन में, let me 1 second। हाँ, writing task 2, 1 सेकंड दो मैंने बस। ऑनलाइन ਤੁਸੀਂ ਨਾ, ਮੈਂ ਤੁਹਾਨੂੰ ਸਾਰਿਆਂ ਨੂੰ ਜਿਹੜਾ ਮੈਂ ਐਸੇ ਪ੍ਰੋਪਰ ਲਿਖਿਆ ਹੋਇਆ ਪੁੱਤ, ਜਸਟ ਵੇਟ, ਮੇਰਾ ਰਿਟਨ ਕਰਿਆ ਹੋਇਆ ਮੈਂ ਤੁਹਾਨੂੰ ਸੈਂਡ ਕਰਤਾ। ਇਹ ਤੁਸੀਂ ਆਰਾਮ ਨਾਲ ਬਹਿ ਕੇ ਬਹੁਤ ਅੱਛੇ ਤਰੀਕੇ ਨਾਲ ਪੜ੍ਹ ਸਕਦੇ ਹੋ। क्लियर है सारे मैसेज आ गया? सो इट वुड बी बेनिफिशियल फॉर यू ऑल। ਇਹ ਸੀਗਾ ਮੇਰਾ ਅੱਜ ਦਾ ਇੱਕ ਫਸਟ ਅਟੈਂਪਟ ਤੁਹਾਡੇ ਲਈ ਸਾਰਿਆਂ ਦੇ ਲਈ ਰਾਈਟਿੰਗ ਦੀ, ਤੇ ਮੈਨੂੰ ਲੱਗਦਾ ਵੀ ਰਾਈਟਿੰਗ 'ਚ ਸਾਰਿਆਂ ਨੂੰ ਅੰਡਰਸਟੈਂਡਿੰਗ ਹੋ ਜਾਏਗੀ, ਤਾਂ ਇਹ ਬੜਾ ਬੈਸਟ ਐਕਸਪੀਰੀਅੰਸ ਰਹੇਗਾ ਆਪਣਾ। ਇਜ਼ ਇਟ ਫਾਈਨ ਟੂ ਆਲ? Yes sir, it is very great session, it's good। थैंक यू सो मच, थैंक यू वेरी मच, रिस्पेक्ट यू मैम। और मनमीत मैम ठीक ठाक? हाँ जी सर, सर नहीं बहुत अच्छी तरह कल मेरे माइंड 'ਚ मैं राइटिंग कर रही सी, मेरे माइंड 'ਚ एग्जांपल इट इज राइट कि सचिन वाली सीगी बट फिट नहीं बैठ रही सी, बट ਤੁਸੀਂ ਇੱਕ ਬਹੁਤ ਅੱਛਾ ਆਈਡੀਆ ਦਿੱਤਾ ਕਿ ਅਸੀਂ ਇਸ ਤਰ੍ਹਾਂ ਰਾਈਟ ਕਰ ਸਕਦੇ ਹਾਂ। ਇਟ ਇਜ਼ ਗੁੱਡ। थैंक यू।